ਹੁਣ ਜਦੋਂ ਤੱਕ ਆਹ ਕਲਾਸਿਸ ਦਾ ਸਵਾਲ ਹੈ, ਸਾਡੇ ਕੋਲ ਪੇਰੈਂਟਸ ਆਉਂਦੇ ਸੀ, ਕਹਿੰਦੇ ਜੀ ਸਕੂਲ 'ਚ ਤਾਂ ਬਹੁਤ ਵਧੀਆ ਪੜ੍ਹਾਈ ਹੁੰਦੀ ਹੈ, ਪਰ ਸ਼ਾਮ ਨੂੰ ਸਾਨੂੰ ਕਈ ਵਾਰ ਟੀਚਰਸ ਨਹੀਂ ਉਸੇ ਮਿਲਦੇ। ਕਈ ਵਾਰ ਲੋਕਾਂ ਦੇ ਰੁਝੇਵੇ ਐਸੇ ਹੁੰਦੇ ਹੈ, ਕਈ ਵਾਰ ਕੋਈ ਹੋਰ ਕੰਮ ਹੁੰਦੇ ਹੈ, ਕਈ ਵਾਰ ਉਸ ਤਰ੍ਹਾਂ ਦਾ ਹਿੰਮਤ ਨਹੀਂ ਹੁੰਦੀ ਕਿ ਉਹ ਬੱਚਿਆਂ ਨੂੰ ਪੜ੍ਹਾ ਸਕਣ। ਬਟ ਉਸ ਤੋਂ ਇਲਾਵਾ ਜਿਹੜੀ ਵੀ ਸੰਸਥਾ ਕੁਝ ਕਰ ਸਕਦੀ ਹੈ, ਉਹ ਸੰਸਥਾ ਕਿਉਂ ਨਾ ਕਰੇ। ਅਤੇ ਮੈਂ ਸਮਝਦਾ ਪਹਿਲੀ ਵਾਰ ਨਹੀਂ ਹੈ। ਜਿਵੇਂ ਅਸੀਂ IIT ਦੀ ਤਿਆਰੀ ਕਰਾਉਂਦੇ ਹਾਂ, ਫ੍ਰੀ ਆਫ ਕਾਸਟ ਕਰਾਉਂਦੇ ਹਾਂ। ਕਲੈਟ ਦੀ ਤਿਆਰੀ ਕਰਾਉਂਦੇ ਹਾਂ, ਕੋਈ ਚਾਰਜ ਨਹੀਂ ਐਕਸਟਰਾ ਲੈਂਦੇ। ਅਸੀਂ YSGC ਜਾਂ ਹੋਰ ਚੀਜ਼ਾਂ ਦੀ ਤਿਆਰੀ ਕਰਾਉਂਦੇ ਹਾਂ, ਅਸੀਂ ਕੋਈ ਚਾਰਜ ਨਹੀਂ ਲੈਂਦੇ। ਉਹੀ ਗੱਲ ਹੈ ਜੀ, ਜਿੰਨੀ ਖੰਡ ਪਾਵਾਂਗੇ ਓਨੀ ਚਾਹ ਮਿੱਠੀ ਹੋਊਗੀ। ਅਤੇ ਸਮਾਜ 'ਚ ਜਿੰਨਾ ਲੋਕ ਪੋਜ਼ੀਟਿਵ ਕਰਨਗੇ, ਓਨਾ ਹੀ ਸਮਾਜ ਆਪਣਾ ਵਧੀਆ ਪੱਧਰ 'ਤੇ ਲਵਾਂਗੇ। ਸਾਨੂੰ ਕਿਸੇ ਨੇ ਪੁੱਛਿਆ ਸੀ ਕਿ ਐਂ ਤਾਂ ਨਹੀਂ ਤੁਸੀਂ ਸਾਰੇ ਬੱਚੇ YS ਦੇ ਲੈ ਲਓਗੇ? ਤਾਂ ਸਾਡਾ ਜਵਾਬ ਹੈ ਕਿ ਸਾਰੇ ਬੱਚੇ ਹੀ ਆਪਣੇ ਬੱਚੇ ਹੈ। ਕੋਈ ਐਸੀ ਸਮਾਜ 'ਚ ਕੋਈ ਐਸੀ ਗੱਲ ਨਹੀਂ ਹੁੰਦੀ ਕਿ ਇਹਨਾਂ ਦਾ ਬੱਚਾ, ਇਹਨਾਂ ਦਾ ਬੱਚਾ। ਉਹਦੀ ਨੀਂਹ ਜਿਹੜੀ ਹੈ ਉਹ ਮਜ਼ਬੂਤ ਹੋਣੀ ਚਾਹੀਦੀ ਹੈ, ਤਾਂ ਹੀ ਬਿਲਡਿੰਗ ਉੱਚੀ ਹੋ ਸਕਦੀ ਹੈ। ਜੇ ਨੀਂਹ ਆਪਾਂ ਕਮਜ਼ੋਰ ਕਰਤੀ, ਫਿਰ ਬਾਅਦ 'ਚ ਜਿੰਨੀ ਮਰਜ਼ੀ ਐਜੂਕੇਸ਼ਨ ਦੇਈ ਚੱਲੋ, ਫਿਰ ਉਹਦਾ ਕੰਮ ਨਹੀਂ ਆਉਣਾ। ਜਿਹੜੇ ਬੱਚੇ ਹੈ, ਐਜੂਕੇਸ਼ਨ ਦਾ ਮਤਲਬ ਆ ਨਹੀਂ ਹੈ ਕਿ ਕਲਾਸ 'ਚ ਚਲੇ ਗਏ, ਬਲੈਕ ਬੋਰਡ 'ਤੇ ਲਿਖਤਾ, ਬੱਚਿਆਂ ਨੇ ਕਾਪੀ 'ਤੇ ਉਤਾਰਤਾ, ਘਰ ਜਾ ਕੇ ਰੱਟੇ ਮਾਰ ਲਏ, ਅਗਲੇ ਦਿਨ ਆ ਕੇ ਪੇਪਰਾਂ 'ਤੇ ਲਿਖਤਾ, 90% ਨੰਬਰ ਲੈ ਲਏ, ਅਤੇ ਮਾਪੇ ਕਹਿਣ ਕਿ ਵੱਲਾ ਵੱਲਾ ਸਾਡੇ ਤਾਂ ਬੱਚੇ ਬਹੁਤ ਵਧੀਆ ਕਰਨ। ਲੋਕਾਂ ਨੂੰ ਲੱਗਦਾ ਉਹੀ ਕਾਇਦੇ ਹੈ, ਉਹੀ ਕਿਤਾਬਾਂ ਨੇ, ਉਹੀ ਸਵਾਲ ਹੈ, ਉਹੀ ਸਾਰਾ ਕੁਛ ਹੈ। ਅਤੇ ਫਿਰ ਫ਼ਰਕ ਕੀ ਹੈ? ਉਹ ਫ਼ਰਕ ਜਿਹੜਾ ਹੈ ਨਾ ਸਰ, ਉਹ ਜਾ ਕੇ 20 ਸਾਲ ਬਾਅਦ ਪਤਾ ਲੱਗਦਾ ਹੈ, ਜਦੋਂ ਬੱਚਾ ਸਮਾਜ 'ਚ ਵਿਚਰਦਾ ਹੈ ਕਿ ਆਹ ਦੇਖੋ ਫ਼ਰਕ ਰਿਹਾ। ਦੇਖੋ, ਉਹ ਕਹਿੰਦੇ ਕਿ ਜਿਹਨੇ ਨੈਗੇਟਿਵ ਲੱਭਣਾ ਹੈ, ਉਹ ਤਾਂ ਤੁਸੀਂ ਕੁਛ ਮਰਜ਼ੀ ਕਰ ਲਓ, ਬੰਦੇ ਨੇ ਨੈਗੇਟਿਵ ਲੱਭ ਹੀ ਲੈਣਾ ਹੈ ਨਾ। ਇੱਕ ਨੈਗੇਟਿਵ ਤਾਂ ਐਸੀ ਚੀਜ਼ ਹੈ ਜਿਹੜੀ ਕਿ ਦੁਨੀਆ 'ਚ ਹਰ ਕੋਈ ਬੰਦਾ ਲੱਭ ਸਕਦਾ ਹੈ। ਪੋਜ਼ੀਟਿਵ ਲੱਭਣ ਲਈ ਇੱਕ ਵਧੀਆ ਅੱਖਾਂ ਚਾਹੀਦੀਆਂ ਨੇ ਅਤੇ ਵਧੀਆ ਦਿਮਾਗ ਚਾਹੀਦਾ। ਉਹਦੇ ਕੋਲ ਆਉਂਦੇ ਹੈ। ਸਰਕਾਰਾਂ ਵੀ ਤਾਂ ਇਹੀ ਕਰਦੀਆਂ ਨੇ। ਸਰਕਾਰਾਂ ਦੇਖੋ ਆਪਣੇ ਕਿੰਨੇ ਬੜੇ ਬੜੇ ਪੋਸਟਰ ਲਗਾਉਂਦੀਆਂ ਨੇ, ਸਾਰਾ ਕੁਝ ਕਰਦੀਆਂ ਨੇ ਕਿ ਅਸੀਂ ਆਹ ਕੰਮ ਕੀਤਾ, ਆਹ ਕੀਤਾ, ਆਹ ਕੀਤਾ, ਅਤੇ ਸਾਨੂੰ ਵੋਟ ਦਿਓ। ਅਤੇ ਜੇ ਸੰਸਥਾ ਵੀ ਇਹ ਕਰ ਰਹੀ ਹੈ ਤਾਂ ਮੈਂ ਸਮਝਦਾ ਆ ਵੀ ਰਾਦਰ ਐਪਰੀਸ਼ੀਏਬਲ ਕਦਮ ਹੈ। ਇਹ 'ਚ ਕੋਈ ਨੈਗੇਟਿਵ ਵਾਲੀ ਗੱਲ ਨਹੀਂ ਹੈ। ਦੂਸਰਾ ਸਰ, ਮੈਨੂੰ ਇਹ ਲੱਗਦਾ ਕਿ ਜਿੱਥੇ ਦੇਖੋ ਵਧੀਆ ਕੰਮ ਹੋਊਗਾ, ਉੱਥੇ ਜਿਵੇਂ ਕਹਿੰਦੇ ਆ ਨਾ, ਜਿੱਥੇ ਕਾਪੀ 'ਤੇ ਕੋਈ ਬੱਚਾ ਲਿਖੂਗਾ ਅਤੇ ਆਪਣਾ ਲਿਖੂਗਾ, ਉੱਥੇ ਕਈ ਵਾਰ ਕੱਟ ਵੱਢ ਵੀ ਹੁੰਦੀ ਹੈ। ਅਸੀਂ ਸਮਝਦੇ ਹਾਂ ਕਿ ਪੜ੍ਹਾਈ ਇੱਕ ਅਲੱਗ ਚੀਜ਼ ਹੈ, ਸਿੱਖਿਆ ਇੱਕ ਅਲੱਗ ਚੀਜ਼ ਹੈ। ਪੜ੍ਹਾਈ ਜਿਹੜਾ ਹੈ ਉਹ ਸਿੱਖਿਆ ਦਾ ਇੱਕ ਛੋਟਾ ਜਿਹਾ ਰੂਪ ਹੈ, ਇੱਕ ਛੋਟਾ ਜਿਹਾ ਅੰਗ ਹੈ। ਸਿੱਖਿਆ ਅਸੀਂ ਸਮਝਦੇ ਹਾਂ 3 ਤਰ੍ਹਾਂ ਦੀ ਸਿੱਖਿਆ ਹੁੰਦੀ ਹੈ। ਇੱਕ ਪੜ੍ਹਾਈ, ਜਿਹਨੂੰ ਆਪਾਂ ਕਹਿੰਦੇ ਹਾਂ ਅਕੈਡਮਿਕਸ। ਦੂਸਰਾ ਸਕਿੱਲਸ, ਕਿ ਮੈਨੂੰ ਕਿੰਨੀਆਂ ਸਕਿੱਲਸ ਆਉਂਦੀਆਂ। ਤੀਸਰਾ ਵੈਲਿਊ ਸਿਸਟਮ। ਪਹਿਲਾਂ ਅਸੀਂ ਲਾਇਬ੍ਰੇਰੀ 'ਚ ਕਰ ਰਹੇ ਸੀ, ਬਟ ਉੱਥੇ ਕਿਸੇ ਵਜ੍ਹਾ ਨਾਲ ਹੁਣ ਅਸੀਂ ਉੱਥੇ ਸ਼ਿਫਟ ਕਰਤਾ, ਤਾਂ ਉੱਥੇ ਜਾ ਕੇ ਸਰਪੰਚ ਨਾਲ ਗੱਲ ਕਰਨ, ਕਿਸੇ ਮਰਜ਼ੀ ਨਾਲ ਕਰ ਲੈਣ, ਅਤੇ ਫ੍ਰੀ ਕਲਾਸਿਸ ਜਿਹੜੀਆਂ ਨੇ ਉਹ ਜੁਆਇਨ ਕਰ ਸਕਦੇ। ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਜੇ ਤੁਹਾਡੇ ਕੋਲ ਕੋਈ ਚੰਗੀ ਚੀਜ਼ ਹੈਗੀ ਹੈ, ਜੇ ਤੁਸੀਂ ਉਸ ਨੂੰ ਸਮਾਜ ਦੇ ਨਾਲ ਵੀ ਸ਼ੇਅਰ ਕਰਦੇ ਹੋ ਅਤੇ ਲੋਕਾਂ ਦੇ ਵਿੱਚ ਵੀ ਵੰਡਦੇ ਹੋ, ਤਾਂ ਇਸ ਤੋਂ ਵੱਡਾ ਜ਼ਿੰਦਗੀ ਦੇ ਵਿੱਚ ਕੁਛ ਵੀ ਨਹੀਂ ਹੁੰਦਾ। ਅਤੇ ਜੇਕਰ ਤੁਹਾਡੇ ਵਿੱਚ ਕੁਛ ਇਹੋ ਜਿਹਾ ਹੁਨਰ ਹੈ ਜੋ ਸਮਾਜ ਨੂੰ ਸੇਧ ਦੇ ਸਕਦਾ ਹੈ, ਅਤੇ ਉਸ ਹੁਨਰ ਦੇ ਨਾਲ ਕਈ ਹੋਰ ਹੁਨਰਮੰਦ ਬਣ ਸਕਦੇ ਨੇ, ਤਾਂ ਇਸ ਤੋਂ ਵੱਡਾ ਵੀ ਕੋਈ ਸਮਰਪਣ ਨਹੀਂ ਹੈ। ਤਾਂ ਇਸ ਤਰ੍ਹਾਂ ਦੀ ਹੀ ਪਹਿਲ ਕਦਮੀ ਬਰਨਾਲਾ ਦੀ ਇੱਕ ਇਹੋ ਜਿਹੀ ਸੰਸਥਾ ਕਰਨ ਜਾ ਰਹੀ ਹੈ, ਜਿਸ ਨੂੰ 50 ਸਾਲ ਹੋਣ ਵਾਲੇ ਨੇ, ਅਤੇ ਸੁਨਹਿਰੀ ਸਾਲਗਿਰਾ ਦੇ ਮੌਕੇ ਉਹਨਾਂ ਵੱਲੋਂ ਇੱਕ ਸੁਨਹਿਰੀ ਕੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਤਾਂ ਅਸੀਂ ਗੱਲਬਾਤ ਕਰ ਰਹੇ ਹਾਂ YS ਸੰਸਥਾ ਦੀ, ਜਿਨ੍ਹਾਂ ਦੇ ਵੱਲੋਂ ਪਹਿਲ ਕਦਮੀ ਕੀਤੀ ਗਈ ਹੈ ਕਿ ਜਿੱਥੇ ਸਾਡੇ ਬੱਚੇ ਇੱਕ ਚੰਗੀ ਸਿੱਖਿਆ ਹਾਸਲ ਕਰ ਰਹੇ ਨੇ, ਅਤੇ ਸਾਡੇ ਬੱਚਿਆਂ ਦੇ ਨਾਲ ਨਾਲ ਜੋ ਹੋਰ ਬੱਚੇ ਨੇ ਜਿਨ੍ਹਾਂ ਨੂੰ ਪੜ੍ਹਾਈ ਵਿੱਚ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਅਤੇ ਕਿਤੇ ਨਾ ਕਿਤੇ ਉਹ ਪੜ੍ਹਾਈ ਤੋਂ ਡਰ ਮਹਿਸੂਸ ਕਰਦੇ ਨੇ, ਉਹਨਾਂ ਦਾ ਵੀ ਡਰ ਕੱਢ ਕੇ ਉਹਨਾਂ ਨੂੰ ਸਿੱਖਿਅਤ ਕੀਤਾ ਜਾਵੇ ਅਤੇ ਉਹਨਾਂ ਦੀ ਨੀਂਹ ਨੂੰ ਮਜ਼ਬੂਤ ਕੀਤਾ ਜਾਵੇ। ਤਾਂ YS ਗਰੁੱਪ ਵੱਲੋਂ, YS ਸੰਸਥਾ ਦੇ ਵੱਲੋਂ ਇੱਕ ਪਹਿਲ ਕਦਮੀ ਕਰਦਿਆਂ ਹੰਡਿਆਇਆ ਅਤੇ ਖੁੱਡੀ ਖੁਰਦ ਦੇ ਵਿੱਚ 2 ਵੱਖ-ਵੱਖ ਥਾਵਾਂ ਦੇ ਉੱਤੇ ਸ਼ਾਮ 5 ਵਜੇ ਤੋਂ 6:30 ਵਜੇ ਤੱਕ ਕਲਾਸਾਂ ਨੇ ਜਿਹੜੀਆਂ ਉਹ ਸ਼ੁਰੂ ਕੀਤੀਆਂ ਜਾ ਰਹੀਆਂ ਨੇ, ਜਿਸ ਦੇ ਵਿੱਚ ਨਰਸਰੀ ਤੋਂ ਹੀ ਬੱਚਿਆਂ ਦੀ ਜਿਹੜੀ ਨੀਂਹ ਹੈ ਉਹ ਮਜ਼ਬੂਤ ਕਰਦਿਆਂ ਨਰਸਰੀ ਤੋਂ ਲੈ ਕੇ 5ਵੀਂ ਤੱਕ ਦੇ ਬੱਚਿਆਂ ਨੂੰ ਐਕਸਟਰਾ ਕਲਾਸਾਂ ਜਿਹੜੀਆਂ ਲਗਾਈਆਂ ਜਾਣਗੀਆਂ। ਤਾਂ ਹੁਣ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਇਹ ਲੱਗਦਾ ਹੋਵੇਗਾ ਕਿ ਸ਼ਾਇਦ ਇਹ ਸਿਰਫ YS ਦੇ ਬੱਚਿਆਂ ਲਈ ਹੋਵੇਗਾ, ਪਰ ਨਹੀਂ, ਤੁਸੀਂ ਗਲਤ ਹੋ। ਜੇਕਰ ਇਹ ਕਲਾਸਾਂ ਦੇ ਵਿੱਚ ਸਿੱਖਿਆ ਦਿੱਤੀ ਜਾ ਰਹੀ ਹੈ ਤਾਂ ਇਸ ਦੇ ਵਿੱਚ ਇਕੱਲਾ YS ਨਹੀਂ, ਕਿਸੇ ਵੀ ਸਕੂਲ ਦੇ ਨਾਲ ਸੰਬੰਧਿਤ ਬੱਚਾ ਜਿਸ ਨੂੰ ਲੱਗਦਾ ਕਿ ਮੈਂ ਸਿੱਖਿਅਤ ਹੋਣਾ ਹੈ, ਮੈਂ ਆਪਣੇ ਡਾਊਟਸ ਨੇ ਜਿਹੜੇ ਉਹ ਕਲੀਅਰ ਕਰਨੇ ਨੇ, ਜਾਂ ਕਿਸੇ ਮਾਪੇ ਨੂੰ ਲੱਗ ਰਿਹਾ ਕਿ ਸਾਡੇ ਬੱਚੇ ਦੀ ਨੀਂਹ ਹੈ ਜਿਹੜੀ ਉਹ ਪੜ੍ਹਾਈ ਦੇ ਵਿੱਚ ਕਮਜ਼ੋਰ ਹੈ, ਅਸੀਂ ਉਸ ਨੂੰ ਮਜ਼ਬੂਤ ਕਰਨਾ, ਤਾਂ ਕਿਸੇ ਵੀ ਸਕੂਲ ਦਾ, ਚਾਹੇ ਉਹ ਸਰਕਾਰੀ ਹੋਵੇ, ਪ੍ਰਾਈਵੇਟ ਹੋਵੇ, ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਕੋਈ ਵੀ ਸਕੂਲ ਹੋਵੇ, ਉਹਨਾਂ ਦੇ ਬੱਚੇ ਜੋ ਨਰਸਰੀ ਤੋਂ 5ਵੀਂ ਤੱਕ ਪੜ੍ਹ ਰਹੇ ਨੇ, ਇਸ ਕਲਾਸ ਦਾ ਜੋ ਲਾਹਾ ਹਨ ਉਹ ਖੱਟ ਸਕਦੇ ਨੇ। ਤਾਂ ਆਓ ਇਸ ਪਹਿਲ ਕਦਮੀ ਨੂੰ ਕਰਨ ਦੇ ਲਈ ਕਦਮ ਚੁੱਕਣ ਵਾਲੇ YS ਸੰਸਥਾ ਦੇ ਡਾਇਰੈਕਟਰ ਬਰਨ ਭਾਰਤੀ ਜੀ ਨਾਲ ਗੱਲਬਾਤ ਕਰਾਂਗੇ
ਕਿਉਂਕਿ ਜਦੋਂ ਕੁਝ ਚੰਗਾ ਕਰਦੇ ਹੋ ਤਾਂ ਉੱਥੇ ਉਹ ਸਵਾਲ ਖੜੇ ਹੋ ਜਾਣੇ ਕਿ ਇਸ ਦੇ ਪਿੱਛੇ ਕੀ ਮਨੋਰਥ ਹੈ, ਇਸ ਦੇ ਪਿੱਛੇ ਕੀ ਮਨਸ਼ਾ ਹੈ, ਕਿ ਕੋਈ ਵਪਾਰਿਕ ਮਨਸ਼ਾ ਤਾਂ ਨਹੀਂ, ਕਿ ਕੋਈ ਐਡਮਿਸ਼ਨ ਦਾ ਚੱਕਰ ਤਾਂ ਨਹੀਂ, ਜਾਂ ਵਾਈਐਸ ਆਪਣੀ ਪਿੰਡ 'ਚ ਇਸ ਤਰੀਕੇ ਦੇ ਨਾਲ ਕੋਈ ਪ੍ਰਮੋਸ਼ਨ ਤਾਂ ਨਹੀਂ ਕਰ ਰਿਹਾ। ਤਾਂ ਇਹਨਾਂ ਸਵਾਲਾਂ ਦੇ ਜਵਾਬ ਅਸੀਂ ਮੰਗਾਂਗੇ ਅੱਜ ਵਰੁਣ ਭਾਰਤੀ ਜੀ ਤੋਂ, ਤੇ ਉਹਨਾਂ ਨੂੰ ਪੁੱਛਾਂਗੇ ਕਿ ਆਖਰ ਇਹ ਪਹਿਲ ਕਦਮੀ ਕਿਉਂ ਕੀਤੀ ਗਈ। ਕਿਉਂਕਿ ਇੱਕ ਜਦੋਂ ਪ੍ਰਾਈਵੇਟ ਐਜੂਕੇਸ਼ਨ ਸੈਕਟਰ ਹੈ ਤਾਂ ਉਸ ਦੇ ਉੱਤੇ ਹਰ ਵਾਰ ਐਜੂਕੇਸ਼ਨ ਨੂੰ ਜਿਹੜਾ ਹੈਗਾ ਵੇਚਣ ਦੇ ਹੀ ਦੋਸ਼ ਲੱਗਦੇ ਨੇ। ਤਾਂ ਉਹ ਪਹਿਲ ਕਦਮੀ ਕੀਤੀ ਗਈ ਹੈ ਜਿਹੜੀ ਸਰਕਾਰ ਸੰਸਥਾ ਜਾਂ ਸਰਕਾਰੀ ਸੰਸਥਾਵਾਂ ਕਰਦੀਆਂ ਨੇ ਇੱਕ ਪ੍ਰਾਈਵੇਟ ਸਕੂਲ ਵੱਲੋਂ। ਤਾਂ ਆਓ ਇਸ ਇਤਿਹਾਸਿਕ ਕਦਮ ਦੀ ਲੈਂਦੇ ਹਾਂ ਪੂਰੀ ਜਾਣਕਾਰੀ ਕਿ ਇਸ ਨੂੰ ਸ਼ੁਰੂ ਕਰਨ ਦਾ ਕਿੱਥੋਂ ਵਿਚਾਰ ਆਇਆ ਅਤੇ ਇਸ ਦੇ ਪਿੱਛੋਂ ਦੀ ਕੀ ਮਨੋਰਥਾ ਹੈ। ਤਾਂ ਆਓ ਕਰਦੇ ਹਾਂ ਗੱਲਬਾਤ। ਤਾਂ ਸਰ BBN ਨੈਟਵਰਕ ਪੰਜਾਬ ਵੱਲੋਂ ਪਹਿਲਾਂ ਤਾਂ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਸਰ। ਅਤੇ ਇੱਕ ਕੋਸ਼ਿਸ਼ ਹੀ ਤੁਸੀਂ ਇਸ ਤਰ੍ਹਾਂ ਦੀ ਕੀਤੀ ਕਿ ਮੈਨੂੰ ਖੁਦ ਚੱਲ ਕੇ ਆਉਣਾ ਪੈ ਗਿਆ। ਅਤੇ ਹਾਲਾਂਕਿ ਵਾਈਐਸ ਨਾਲ ਸਾਡਾ BBN ਨੈਟਵਰਕ ਪੰਜਾਬ ਦਾ ਕੋਲੈਬੋਰੇਸ਼ਨ ਇੰਨਾ ਕਿ ਵੀ ਸੁਣਨ ਵਾਲੇ ਦੇਖਣ ਵਾਲੇ ਨੂੰ ਲੱਗਦਾ ਕਿ ਸ਼ਾਇਦ ਇੱਕ ਪੇਡ ਪ੍ਰਮੋਸ਼ਨ ਚੱਲ ਰਹੀ ਹੈ। ਪਰ ਮੈਂ ਵੀਡੀਓ ਨੂੰ ਦੇਖ ਰਹੇ ਦਰਸ਼ਕਾਂ ਨੂੰ ਦੱਸਦਾ ਕਿ ਸਾਡਾ ਜਿੱਥੇ ਵੀ ਚੰਗਾ ਮਿਲੂਗਾ ਅਸੀਂ ਬੁਲਾਵਾਂਗੇ ਨਹੀਂ, ਅਸੀਂ ਖੁਦ ਜਾਵਾਂਗੇ। ਅਤੇ ਸਰ ਇੱਕ ਪਹਿਲ ਕਦਮੀ ਸ਼ੁਰੂ ਕੀਤੀ ਗਈ ਕਿ ਜਦੋਂ ਵੀ ਇੱਕ ਪ੍ਰਾਈਵੇਟ ਸਕੂਲ ਦੀ ਗੱਲ ਆਉਂਦੀ ਹੈ ਤਾਂ ਹਰ ਬੰਦੇ ਦੀ ਇੱਕ ਥਿੰਕਿੰਗ ਸੈੱਟ ਹੋ ਚੁੱਕੀ ਹੈ ਇੱਕ ਵੀ ਪ੍ਰਾਈਵੇਟ ਸਕੂਲ ਤਾਂ ਜਿਹੜੀ ਐਜੂਕੇਸ਼ਨ ਨੂੰ ਵੇਚਦਾ ਜਾਂ ਪ੍ਰਾਈਵੇਟ ਸਕੂਲ ਦਾ ਮਕਸਦ ਐਡਮਿਸ਼ਨਾਂ ਨੇ। ਪਰ ਜੋ ਤੁਸੀਂ ਇੱਕ ਨਵੇਕਲੀ ਪਹਿਲ ਕੀਤੀ ਹੈਗੀ, ਮੈਂ ਕਹਿ ਸਕਦਾ ਕਿ ਐਜੂਕੇਸ਼ਨ ਦੇ ਸੈਕਟਰ ਦੇ ਵਿੱਚ ਇਹ ਹਿਸਟੋਰੀਕਲ ਹੈ। ਸਰਕਾਰੀ ਸਕੂਲ ਬਹੁਤ ਦੇਖੇ ਸੀ, ਸਰਕਾਰ ਵੀ ਦੇਖੀ ਸੀ, ਸੰਸਥਾਵਾਂ ਵੀ ਦੇਖੀਆਂ ਸੀ ਕਿ ਬੱਚਿਆਂ ਨੂੰ ਜਾ ਕੇ ਇੱਕ ਸਾਂਝੀ ਜਗ੍ਹਾ ਦੇ ਉੱਤੇ ਉਹ ਪੜ੍ਹਾਉਂਦੇ ਨੇ। ਉਸ ਦੇ ਲਈ 1.5-2 ਘੰਟੇ ਕਲਾਸ ਲਗਾਉਂਦੇ ਨੇ। ਜਿਵੇਂ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ, ਅਨਾਜ ਮੰਡੀ ਦੇ ਵਿੱਚ ਕਲਾਸ ਲੱਗਦੀ ਹੈ ਸਲਮ ਬਸਤੀ ਦੇ ਲੋਕਾਂ ਲਈ, ਪਰ ਉਹਦਾ ਇੱਕ ਸੰਸਥਾ ਚੱਲ ਰਹੀ ਹੈ ਸਰ, ਅਤੇ ਸੰਸਥਾ ਨੂੰ ਬਹੁਤ ਸਾਰੀ ਡੋਨੇਸ਼ਨ ਆ ਜਾਂਦੀ ਹੈ। ਪਰ ਇੱਕ ਜਦੋਂ ਪ੍ਰਾਈਵੇਟ ਸਕੂਲ ਪਹਿਲ ਕਰਦਾ ਤਾਂ ਜੇ ਆਪਾਂ ਸਕੂਲ ਦੇ ਇੱਕ ਮੈਨੇਜਮੈਂਟ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾ ਸਵਾਲ ਉਹਦੇ ਮਨ 'ਚ ਇਹੀ ਆਉਂਦਾ ਵੀ ਆਪਾਂ ਨੂੰ ਕੀ ਲੋੜ ਹੈ ਕਿ ਆਪਣੇ 'ਤੇ ਇਫੈਕਟ ਨਾ ਪੈ ਜਾਏ ਜਾਂ ਉਹ ਰਿਵਰਟ ਨਾ ਆ ਜਾਏ। ਪਰ ਜਿਵੇਂ ਕੱਲ੍ਹ ਅਸੀਂ ਨਿਊਜ਼ ਪੜ੍ਹੀ, ਹਾਲਾਂਕਿ ਨਿਊਜ਼ 'ਚ ਕਹਿੰਦੇ ਨੇ ਉਹ ਪ੍ਰਾਪਤੀ ਵੱਡੀ ਹੁੰਦੀ ਹੈ ਅਤੇ ਸ਼ਬਦ ਜਿਹੜੇ ਛੋਟੇ ਰਹਿ ਜਾਂਦੇ ਨੇ। ਵੀ ਇੱਕ ਨਰਸਰੀ ਤੋਂ ਲੈ ਕੇ 5ਵੀਂ ਤੱਕ ਪਹਿਲ ਕਦਮੀ ਕੀਤੀ ਗਈ ਹੈ ਪਿੰਡ ਖੁੱਡੀ ਖੁਰਦ ਤੋਂ ਅਤੇ ਹੰਡਿਆਏ ਤੋਂ, ਜਿੱਥੇ 2 ਅਲੱਗ-ਅਲੱਗ ਜਗ੍ਹਾ ਦੇ ਉੱਤੇ ਸ਼ਾਮ ਨੂੰ 1.5 ਘੰਟਾ ਯਾਨੀ ਕਿ 90 ਮਿੰਟ ਜਿਹੜੀ ਕਲਾਸ ਲਗਾਈ ਜਾਏਗੀ। ਸਰ ਪਹਿਲਾਂ ਤਾਂ ਅਸੀਂ ਇਹ ਪੁੱਛਣਾ ਚਾਹੁੰਦੇ ਵੀ ਮਤਲਬ ਕਿਸ ਤਰ੍ਹਾਂ ਜਿਹੜਾ ਇਹ ਪਹਿਲ ਕਦਮੀ ਦਾ ਜਿਹੜਾ ਵਿਚਾਰ ਤੁਹਾਡੇ ਮਨ ਦੇ ਵਿੱਚ ਆਇਆ, ਕੀ ਸੀ ਇਹਦੇ ਪਿੱਛੇ ਦਾ ਜਿਹੜਾ ਥੋੜ੍ਹੀ ਸੋਚ ਕੀ ਸੀਗੀ? ਜੀ, ਸਭ ਤੋਂ ਪਹਿਲਾਂ ਨਮਸਕਾਰ ਅਤੇ ਥੈਂਕ ਯੂ ਸੋਨੂ ਜੀ। ਮੈਂ ਸਮਝਦਾ ਸੋਨੂ ਜੀ ਕਿ ਚਾਹੇ ਸਰਕਾਰ ਹੋਵੇ ਚਾਹੇ ਕੋਈ ਪ੍ਰਾਈਵੇਟ ਸੰਸਥਾ ਹੋਵੇ, ਅਲਟੀਮੇਟਲੀ ਤਾਂ ਸੰਸਥਾਵਾਂ ਜਿਹੜੀਆਂ ਨੇ ਉਹ ਲੋਕਾਂ ਦੀਆਂ ਹੀ ਸੰਸਥਾਵਾਂ ਨੇ ਅਤੇ ਲੋਕਾਂ ਦੇ ਕਾਰਨ ਹੀ ਨੇ ਅਤੇ ਲੋਕਾਂ ਲਈ ਨੇ। ਸੇਮ ਇਜ਼ ਦਾ ਕੇਸ ਵਿਦ ਵਾਈਐਸ ਗਰੁੱਪ। ਜਿਹੜਾ ਤੁਸੀਂ ਅਨਾਜ ਮੰਡੀ ਦੀ ਗੱਲ ਕੀਤੀ, ਮੈਂ ਵੈਸੇ ਹੀ ਚਲੋ ਤੁਸੀਂ ਗੱਲ ਛੇੜੀ ਹੈ, ਇਨਫੈਕਟ ਉੱਥੇ ਜਿਹੜੀ ਬੱਸ ਲੈ ਕੇ ਜਾਂਦੀ ਹੈ ਬੱਚਿਆਂ ਨੂੰ ਜਾਂ ਉੱਥੋਂ ਲੈ ਕੇ ਆਉਂਦੀ ਹੈ ਉਹ ਆਪਣੀ ਹੀ ਬੱਸ ਹੈ। ਵਾਈਐਸ ਸੰਸਥਾ ਨੇ ਉੱਧਰ ਵੀ ਪਹਿਲ ਕਦਮੀ ਕੀਤੀ ਤਾਂ ਕਿ ਜਿਹੜੇ ਬੱਚੇ ਹੈ ਆਪਣਾ ਕੰਮ ਬੱਚਿਆਂ ਨੂੰ ਪੜ੍ਹਾਉਣਾ ਹੈ, ਬੱਚਿਆਂ ਨੂੰ ਵਧੀਆ ਸਿੱਖਿਆ ਦੇਣਾ ਹੈ। ਹੁਣ ਜਦੋਂ ਤੱਕ ਆਹ ਕਲਾਸਿਸ ਦਾ ਸਵਾਲ ਹੈ, ਸਾਡੇ ਕੋਲ ਪੇਰੈਂਟਸ ਆਉਂਦੇ ਸੀ, ਕਹਿੰਦੇ ਜੀ ਸਕੂਲ 'ਚ ਤਾਂ ਬਹੁਤ ਵਧੀਆ ਪੜ੍ਹਾਈ ਹੁੰਦੀ ਹੈ ਪਰ ਸ਼ਾਮ ਨੂੰ ਸਾਨੂੰ ਕਈ ਵਾਰ ਟੀਚਰਸ ਨਹੀਂ ਉਸੇ ਮਿਲਦੇ। ਕਈ ਵਾਰ ਲੋਕਾਂ ਦੇ ਰੁਝੇਵੇ ਐਸੇ ਹੁੰਦੇ ਹੈ, ਕਈ ਵਾਰ ਕੋਈ ਹੋਰ ਕੰਮ ਹੁੰਦੇ ਹੈ, ਕਈ ਵਾਰ ਉਸ ਤਰ੍ਹਾਂ ਦਾ ਹਿੰਮਤ ਨਹੀਂ ਹੁੰਦੀ ਕਿ ਉਹ ਬੱਚਿਆਂ ਨੂੰ ਪੜ੍ਹਾ ਸਕਣ ਅਤੇ ਉੱਥੇ ਬੱਚਿਆਂ ਦਾ ਬਹੁਤ ਫਰਕ ਆ ਜਾਂਦਾ ਹੈ ਸਵੇਰੇ ਦੀ ਪੜ੍ਹਾਈ ਦਾ ਅਤੇ ਸ਼ਾਮ ਦੀ ਪੜ੍ਹਾਈ ਦਾ, ਅਤੇ ਦੋਨੇ ਹੀ ਚੀਜ਼ਾਂ ਬਹੁਤ ਜ਼ਰੂਰੀ ਨੇ। ਸਾਨੂੰ ਲੱਗਿਆ ਕਿ ਜੇ ਅਸੀਂ ਕੁਝ ਕਰ ਸਕਦੇ ਹਾਂ, ਸਾਡੇ ਚੰਨੀ ਤਾਂ ਨਹੀਂ ਹਿੰਮਤ ਕਿ ਪੂਰਾ ਸੰਸਾਰ ਬਦਲ ਦਈਏ, ਪਰ ਜਿਹੜਾ ਕੁਝ ਬਦਲ ਸਕਦੇ ਹਾਂ ਉਹ ਤਾਂ ਬਦਲੀਏ, ਜਿੱਥੇ ਕੰਟਰੀਬਿਊਟ ਕਰ ਸਕਦੇ ਹਾਂ ਉਹ ਤਾਂ ਕੰਟਰੀਬਿਊਟ ਕਰੀਏ। ਤਾਂ ਅਸੀਂ ਸ਼ੁਰੂਆਤ ਕੀਤੀ ਹੈ 2 ਜਗ੍ਹਾ ਤੋਂ, ਇੱਕ ਖੁੱਡੀ ਖੁਰਦ ਤੋਂ, ਇੱਕ ਹੰਡਿਆਏ ਤੋਂ, ਕਿ ਉੱਥੇ ਸਾਡੇ ਹੁਣ ਟੀਚਰ ਜਾਂਦੇ ਹੈ ਸ਼ਾਮ ਨੂੰ 1.5 ਘੰਟਾ ਦੀ ਉਹ ਕਲਾਸ ਲੈਂਦੇ ਹੈ, ਨਰਸਰੀ ਤੋਂ ਲੈ ਕੇ 5ਵੀਂ ਤੱਕ ਦੇ ਬੱਚਿਆਂ ਨੂੰ ਪੜ੍ਹਾਉਂਦੇ ਹੈ ਅਤੇ ਫ੍ਰੀ ਆਫ ਕਾਸਟ ਪੜ੍ਹਾਉਂਦੇ ਹੈ। ਕਿਉਂਕਿ ਸਾਡਾ ਕੰਮ ਹੈ ਬੇਸਿਕਲੀ ਬੱਚਿਆਂ ਨੂੰ ਐਜੂਕੇਟ ਕਰਨਾ। ਹਾਂ, ਜ਼ਰੂਰ ਹੈ ਕਿ ਐਜੂਕੇਸ਼ਨ ਦੇ ਨਾਲ ਕਈ ਵਾਰ ਕਿਉਂਕਿ ਸੈਲਰੀਜ਼ ਵੀ ਹੈ, ਫੀਸ ਵੀ ਹੈ, ਉਹ ਤਾਂ ਸਾਰਾ ਸਿਸਟਮ ਚੱਲ ਜਾਂਦਾ ਹੈ। ਬਟ ਉਸ ਤੋਂ ਇਲਾਵਾ ਜਿਹੜੀ ਵੀ ਸੰਸਥਾ ਕੁਝ ਕਰ ਸਕਦੀ ਹੈ ਉਹ ਸੰਸਥਾ ਕਿਉਂ ਨਾ ਕਰੇ। ਅਤੇ ਮੈਂ ਸਮਝਦਾ ਪਹਿਲੀ ਵਾਰ ਨਹੀਂ ਹੈ, ਜਿਵੇਂ ਅਸੀਂ IIT ਦੀ ਤਿਆਰੀ ਕਰਾਉਂਦੇ ਹਾਂ ਫ੍ਰੀ ਆਫ ਕਾਸਟ ਕਰਾਉਂਦੇ ਹਾਂ, ਕਲੈਟ ਦੀ ਤਿਆਰੀ ਕਰਾਉਂਦੇ ਹਾਂ ਕੋਈ ਚਾਰਜ ਨਹੀਂ ਐਕਸਟਰਾ ਲੈਂਦੇ, ਅਸੀਂ YSGC ਜਾਂ ਹੋਰ ਚੀਜ਼ਾਂ ਦੀ ਤਿਆਰੀ ਕਰਾਉਂਦੇ ਹਾਂ ਅਸੀਂ ਕੋਈ ਚਾਰਜ ਨਹੀਂ ਲੈਂਦੇ। ਜਿੱਥੇ ਸਾਨੂੰ ਲੱਗਦਾ ਹੈ ਕਿ ਵਾਈਐਸ ਸੰਸਥਾ ਕੁਝ ਕਰ ਸਕਦੀ ਹੈ ਉੱਥੇ ਕਿਉਂ ਨਾ ਵਾਈਐਸ ਸੰਸਥਾ ਕਰੇ। ਤਾਂ ਸਰ ਐਜੂਕੇਸ਼ਨ ਦੇ ਸੈਕਟਰ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਹ ਹਿਸਟੋਰੀਕਲ ਕਦਮ ਹੈ। ਅਤੇ ਕਿਉਂਕਿ ਨਹੀਂ ਆਪਾਂ ਅਕਸਰ ਦੇਖਦੇ ਹਾਂ ਸਰਕਾਰ ਕਰਦੀ ਹੈ, ਸਰਕਾਰੀ ਸੰਸਥਾ ਕਰਦੀ ਹੈ, ਕੋਈ ਸਾਂਝੀ ਸੰਸਥਾ ਕਰਦੀ ਹੈ। ਤਾਂ ਜਿਹੜੇ ਕੰਮਾਂ ਦੇ ਵਿੱਚ ਸਰਕਾਰ ਆਪਣਾ ਪਹਿਲ ਕਦਮੀ ਕਰ ਰਹੀ ਹੈ, ਕਦਮ ਵਧਾ ਰਹੀ ਹੈ, ਉਸੇ ਕਦਮ ਦੇ ਵਿੱਚ ਇੱਕ ਕਦਮ ਤੁਸੀਂ ਵੀ ਵਧਾ ਰਹੇ ਹੋ। ਤਾਂ ਕੀ ਕਹਿਣਾ ਚਾਹੁੰਦੇ ਹੋ ਸਰ, ਜਿਵੇਂ ਐਜੂਕੇਸ਼ਨ ਸੈਕਟਰ, ਪ੍ਰਾਈਵੇਟ ਐਜੂਕੇਸ਼ਨ ਸੈਕਟਰ 'ਚ ਦਿਸ ਇਜ਼ ਦਾ ਹਿਸਟੋਰੀਕਲ ਸਟੈਪ?
ਥੈਂਕ ਯੂ ਸੋ ਮਚ ਸਰ। ਸਾਨੂੰ ਤਾਂ ਲੱਗਦਾ ਕਿ ਉਹੀ ਗੱਲ ਹੈ ਜੀ, ਜਿੰਨੀ ਖੰਡ ਪਾਵਾਂਗੇ ਓਨੀ ਚਾਹ ਮਿੱਠੀ ਹੋਊਗੀ, ਤੇ ਸਮਾਜ 'ਚ ਜਿੰਨਾ ਲੋਕ ਪੋਜ਼ਿਟਿਵ ਕਰਨਗੇ ਓਨਾ ਹੀ ਸਮਾਜ ਆਪਣਾ ਵਧੀਆ ਬਣੂਗਾ। ਅਲਟੀਮੇਟਲੀ ਸਮਾਜ ਤਾਂ ਆਪਾਂ ਲੋਕ ਹੀ ਆ, ਹੋਰ ਕਿਹੜਾ ਕੋਈ ਬਾਹਰੋਂ ਆਣਾ, ਤੇ ਕਰਨਾ ਵੀ ਸਮਾਜ 'ਚ ਆਪਾਂ ਲੋਕਾਂ ਨੇ ਹੀ ਹੈ। ਜਿੰਨੀ ਆਪਾਂ ਪੋਜ਼ਿਟਿਵ ਨਿਊਜ਼ ਸ਼ੇਅਰ ਕਰਾਂਗੇ, ਜਿੰਨੀ ਆਪਾਂ ਪੋਜ਼ਿਟਿਵ ਚੀਜ਼ਾਂ ਫੈਲਾਵਾਂਗੇ, ਤੇ ਜਿੰਨੇ ਆਪਾਂ ਪੋਜ਼ਿਟਿਵ ਕੰਮ ਕਰਾਂਗੇ, ਓਨਾ ਹੀ ਸ਼ਾਇਦ ਆਪਣਾ ਸਮਾਜ ਆਪਣੇ ਲਈ ਹੀ ਵਧੀਆ ਬਣੇਗਾ। ਹੁਣ ਇੱਥੇ ਸਰ ਜਿਹੜੇ ਅਸੀਂ 2 ਸ਼ਾਮ ਨੂੰ ਕਲਾਸਿਸ ਸ਼ੁਰੂ ਕੀਤੀਆਂ ਨੇ, ਉਹ 'ਚ ਇਨਫੈਕਟ ਅਸੀਂ ਵੀ ਆਰ ਇਨਵਾਈਟਿੰਗ ਆਲ ਦ ਸਕੂਲਸ, ਮੀਨਸ ਕੋਈ ਕਿਸੇ ਮਰਜ਼ੀ ਕਲਾਸ ਦਾ ਹੋਏ, ਕੋਈ ਮਰਜ਼ੀ ਸਕੂਲ ਦਾ ਹੋਏ, ਉਹ ਬੱਚੇ ਆ ਕੇ ਉੱਥੇ ਸ਼ਾਮ ਨੂੰ ਪੜ੍ਹ ਸਕਦੇ ਨੇ। ਤੇ ਸਾਡੀ ਆਪਣੀ ਲਿਮਿਟੇਸ਼ਨ ਹੈ ਕਿਉਂਕਿ 2 ਟੀਚਰ ਅਸੀਂ ਲਗਾਏ ਹੈ, ਤੇ ਉਹ 50 ਬੱਚਿਆਂ ਨੂੰ ਹੀ ਇੱਕ ਵਾਰ 'ਚ ਸਾਨੂੰ ਲੱਗਦਾ ਕਿ ਵਧੀਆ ਤਰੀਕੇ ਨਾਲ ਉਹ ਜਸਟੀਫਾਈ ਕਰ ਸਕਦੇ ਨੇ। ਤੇ 50 ਚੋਂ 25 ਬੱਚੇ ਤਾਂ ਵੱਧ ਤੋਂ ਵੱਧ ਅਸੀਂ 25 ਬੱਚੇ ਵਾਈਐਸ ਦੇ ਲਵਾਂਗੇ। ਸਾਨੂੰ ਕਿਸੇ ਨੇ ਪੁੱਛਿਆ ਸੀ ਕਹਿ ਤਾਂ ਨਹੀਂ ਤੁਸੀਂ ਸਾਰੇ ਬੱਚੇ ਵਾਈਐਸ ਦੇ ਲੈ ਲਓਗੇ, ਤਾਂ ਸਾਡਾ ਜਵਾਬ ਹੈ ਕਿ ਸਾਰੇ ਬੱਚੇ ਹੀ ਆਪਣੇ ਬੱਚੇ ਹੈ। ਕੋਈ ਐਸੀ ਸਮਾਜ 'ਚ ਕੋਈ ਐਸੀ ਗੱਲ ਨਹੀਂ ਹੁੰਦੀ ਕਿ ਆ ਇਹਨਾਂ ਦਾ ਬੱਚਾ, ਇਹਨਾਂ ਦਾ ਬੱਚਾ। ਜੇ ਪੜ੍ਹਾਉਣ ਦੇ ਖੇਤਰ 'ਚ ਆਈ ਗਏ, ਐਜੂਕੇਸ਼ਨ 'ਚ ਆਈ ਗਏ, ਤਾਂ ਆਲ ਦ ਸਟੂਡੈਂਟਸ ਆਰ ਆਵਰ ਸਟੂਡੈਂਟਸ। ਤੇ ਫਿਰ ਜੇ ਬੱਚਿਆਂ ਨੂੰ ਪੜ੍ਹਾਈਏ, ਬੱਚਿਆਂ ਨੂੰ ਅੱਗੇ ਲੈ ਕੇ ਜਾਈਏ। ਤਾਂ ਸਰ ਇੱਥੇ ਜਿਵੇਂ ਅੱਜ ਦੇ ਮਹਿੰਗਾਈ ਦੇ ਯੁੱਗ 'ਚ ਇੱਕ ਸਾਡੇ ਮਨ 'ਚ ਸਵਾਲ ਪੈਦਾ ਹੁੰਦਾ ਹੈ, ਤਾਂ ਜਿਵੇਂ ਇੰਨੀ ਮਹਿੰਗਾਈ ਚੱਲ ਰਹੀ ਹੈ, ਤਾਂ ਇਹਨੂੰ ਆਪਾਂ ਇੱਕ ਟਿਊਸ਼ਨ ਦੇ ਰੂਪ 'ਚ ਵੀ ਕਨਵਰਟ ਕਰ ਸਕਦੇ ਸੀ, ਪਰ ਕੀ ਮਨ 'ਚ ਆਇਆ ਵੀ ਐਜੂਕੇਸ਼ਨ ਹੈ ਜਿਹੜੀ ਉਹ ਫ੍ਰੀ ਹੀ ਦੇਣੀ ਚਾਹੀਦੀ ਹੈ, ਅਤੇ ਬੱਚਿਆਂ ਦੀ ਨਿਊ ਹੈ ਜਿਹੜੀ ਆਪਾਂ ਇਸ ਲੈਵਲ 'ਤੇ ਜਾ ਕੇ ਪੱਕੀ ਕਰ ਸਕਦੇ ਹਾਂ। ਇੱਕ ਤਾਂ ਸਰ ਮੈਨੂੰ ਇਹ ਲੱਗਦਾ ਕਿ ਚਾਹੇ ਉਹ ਬੱਚਿਆਂ ਦੀ ਐਜੂਕੇਸ਼ਨ ਹੋਏ, ਚਾਹੇ ਕੋਈ ਬਿਲਡਿੰਗ ਹੋਏ, ਉਹਦੀ ਨੀਂਹ ਜਿਹੜੀ ਹੈ ਉਹ ਮਜ਼ਬੂਤ ਹੋਣੀ ਚਾਹੀਦੀ ਹੈ, ਤਾਂ ਹੀ ਬਿਲਡਿੰਗ ਉੱਚੀ ਹੋ ਸਕਦੀ ਹੈ। ਜੇ ਨੀਂਹ ਆਪਾਂ ਕਮਜ਼ੋਰ ਕਰਤੀ, ਫਿਰ ਬਾਅਦ 'ਚ ਜਿੰਨੀ ਮਰਜ਼ੀ ਐਜੂਕੇਸ਼ਨ ਦੇਈ ਚੱਲੋ, ਫਿਰ ਉਹਦਾ ਕੰਮ ਨਹੀਂ ਆਉਣਾ। ਕਈ ਵਾਰ ਪੇਰੈਂਟਸ ਨੂੰ ਹੁੰਦਾ ਕਿ ਆ ਨੇੜੇ ਦੇ ਸਕੂਲ 'ਚ ਭੇਜ ਦਈਏ, ਇੱਥੇ ਭੇਜ ਦਈਏ, ਉੱਥੇ ਭੇਜ ਦਈਏ, ਕੋਈ ਨਾ ਬੱਚਾ ਅੱਗੇ ਜਾਊਗਾ, ਅੱਗੇ ਜਾ ਕੇ ਕੈਨੇਡਾ ਭੇਜ ਦਾਂਗੇ। ਬਟ ਸਾਨੂੰ ਲੱਗਦਾ ਇਸ ਤਰੀਕੇ ਨਾਲ ਕੰਮ ਨਹੀਂ ਚੱਲਣਾ। ਜੇ ਨੀਂਹ ਮਜ਼ਬੂਤ ਹੁੰਦੀ ਹੈ ਤਾਂ ਹੀ ਬੱਚੇ ਦੀ ਅੱਗੇ ਜਾ ਕੇ ਪਕੜ ਬਣਦੀ ਹੈ, ਨੰਬਰ 1। ਨੰਬਰ 2, ਸਾਨੂੰ ਲੱਗਦਾ ਕਿ ਸਾਡਾ ਜੇ ਅਸੀਂ ਅਫੋਰਡ ਕਰ ਸਕਦੇ ਹਾਂ ਸ਼ਾਮ ਨੂੰ ਪੜ੍ਹਾਉਣਾ, ਤੇ ਸਰ ਬੱਚਿਆਂ ਨੂੰ ਨਾ ਦੇ ਡਿਜ਼ਰਵ ਟੂ ਹੈਵ ਬੈਟਰ ਐਜੂਕੇਸ਼ਨ। ਜਿਹੜੇ ਬੱਚੇ ਹੈ, ਐਜੂਕੇਸ਼ਨ ਦਾ ਮਤਲਬ ਆ ਨਹੀਂ ਹੈ ਕਿ ਕਲਾਸ 'ਚ ਚਲੇ ਗਏ, ਬਲੈਕ ਬੋਰਡ 'ਤੇ ਲਿਖਤਾ, ਬੱਚਿਆਂ ਨੇ ਕਾਪੀ 'ਤੇ ਉਤਾਰਤਾ, ਘਰ ਜਾ ਕੇ ਰੱਟੇ ਮਾਰ ਲਏ, ਅਗਲੇ ਦਿਨ ਆ ਕੇ ਪੇਪਰਾਂ 'ਤੇ ਲਿਖਤਾ, 90% ਨੰਬਰ ਲੈ ਲਏ, ਅਤੇ ਮਾਪੇ ਕਹਿਣ ਕਿ ਵੱਲਾ ਵੱਲਾ ਸਾਡੇ ਤਾਂ ਬੱਚੇ ਬਹੁਤ ਵਧੀਆ ਕਰਨ। ਇਸ ਤਰੀਕੇ ਨਾਲ ਕੰਮ ਨਹੀਂ ਚੱਲਦਾ। ਪਰਪਸ ਹੈ ਕਿ ਐਜੂਕੇਸ਼ਨ ਵਾਕਈ 'ਚ ਐਜੂਕੇਸ਼ਨ ਦੇ ਤਰੀਕੇ ਨਾਲ ਪੜ੍ਹਾਈ ਜਾਏ, ਤਾਂ ਉਹ ਤਾਂ ਹੀ ਪੋਸੀਬਲ ਹੈ ਜੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਮਿਲੇਗੀ ਅਤੇ ਵਧੀਆ ਟੀਚਰ ਪੜ੍ਹਾਉਣਗੇ। ਹਾਂ ਜ਼ਰੂਰ ਸੰਸਥਾ ਦਾ ਜਿਹੜਾ ਹੈ, ਆਫਟਰ ਆਲ ਟੀਚਰ ਦੀ ਸ਼ਾਮ ਦੀ ਸੈਲਰੀ ਵੀ ਹੈ, ਉਹ ਟੀਚਰ ਨੂੰ ਲੈ ਕੇ ਵੀ ਜਾਣਾ ਹੈ, ਉਹਨਾਂ ਦੀ ਸੇਫਟੀ ਸਿਕਿਉਰਿਟੀ ਵੀ ਹੈ, ਬਾਕੀ ਚੀਜ਼ਾਂ ਨੇ। ਬਟ ਜੇ ਮੈਨੂੰ ਲੱਗਦਾ ਕਿ ਸੰਸਥਾ ਕਰ ਸਕਦੀ ਹੈ ਤਾਂ ਸੰਸਥਾ ਕਰ ਰਹੀ ਹੈ। ਅਸੀਂ ਤਾਂ ਬਾਕੀਆਂ ਨੂੰ ਇਨਵਾਈਟ ਕਰਾਂਗੇ ਕਿ ਜੇ ਸਮਾਜ ਦੇ ਬਾਕੀ ਲੋਕ ਸਾਨੂੰ ਸਪੋਰਟ ਕਰਨ, ਸਾਡਾ ਸਾਥ ਦੇਣ, ਤਾਂ ਮੇਬੀ ਪਤਾ ਨਹੀਂ ਆ ਜਿਹੜਾ ਇੱਕ ਸਟੈਪ ਲੱਤਾ ਹੈ, ਪਤਾ ਨਹੀਂ ਕਿੰਨੇ ਕੁ ਕਦਮ ਅਸੀਂ ਅੱਗੇ ਲੈ ਸਕੀਏ, ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇ ਸਕੀਏ। ਤਾਂ ਸਰ ਜਿਸ ਤਰ੍ਹਾਂ ਤੁਸੀਂ ਪਹਿਲਾਂ ਇੱਕ ਗੱਲ ਕੀਤੀ ਸੀ, ਅਤੇ ਸਾਡੇ ਲਈ ਇੱਕ ਉਹ ਸਵਾਲ ਹੈਗਾ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਉੱਥੇ ਐਜੂਕੇਸ਼ਨ ਦਿੱਤੀ ਜਾਵੇਗੀ, ਤਾਂ ਤੁਹਾਨੂੰ ਲੋਕਾਂ ਨੇ ਇੱਕ ਸਵਾਲ ਕੀਤਾ ਕਿ ਇੱਥੇ ਵਾਈਐਸ ਹੀ ਰਹੇਗਾ ਇਕੱਲਾ ਜਾਂ ਹੋਰ ਵੀ। ਤਾਂ ਸਰ ਨੈਚੁਰਲੀ ਇੱਕ ਸਵਾਲ ਸਾਡਾ ਵੀ ਹੈ ਕਿ ਆਪਾਂ ਇਕੱਲਾ ਵਾਈਐਸ ਵਾਸਤੇ ਵੀ ਕਰ ਸਕਦੇ ਸੀ। ਕੀ ਮਨ ਦੇ ਵਿੱਚ ਆਇਆ ਕਿ ਵਾਈਐਸ ਨਹੀਂ, ਜੋ ਵੀ ਆਉਣਾ ਚਾਹੁੰਦਾ, ਜਿਸ ਬੱਚੇ ਨੂੰ ਲੱਗਦਾ ਕਿ ਮੈਨੂੰ ਪੜ੍ਹਾਈ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਕਮੀ ਹੈ, ਅਤੇ ਉਹਨਾਂ ਨੂੰ ਉਸ ਲੈਵਲ ਦੇ ਟੀਚਰ ਮਿਲ ਰਹੇ ਨੇ, ਅਤੇ ਜਿਸ ਤਰ੍ਹਾਂ ਅੱਜ ਕੱਲ੍ਹ ਆਪਾਂ ਮਹਿੰਗਾਈ ਦੇ ਕਰਕੇ ਜਦੋਂ ਫੈਸਿਲਿਟੀਜ਼ ਨੇ, ਤਾਂ ਨੈਚੁਰਲੀ ਫੀਸਾਂ ਦੇ ਰੂਪ ਦੇ ਵਿੱਚ ਆਪਾਂ ਨੂੰ ਸਕੂਲ ਨੂੰ ਦੇਣੀ ਪੈਂਦੀ ਹੈ, ਅਤੇ ਕੀ ਮਨ ਦੇ ਵਿੱਚ ਆਇਆ ਕਿ ਜਦੋਂ ਇੱਕ ਪਹਿਲ ਕਦਮੀ ਕੀਤੀ ਹੈ ਤਾਂ ਇਸ ਦਾ ਸਾਰੇ ਹੀ ਲਾਹਾ ਲੈਣ। ਸਰ ਦੁਬਾਰਾ ਮੈਨੂੰ ਤਾਂ ਇਹੀ ਲੱਗਦਾ ਕਿ ਜੇ ਟੀਚਰ ਜਾ ਹੀ ਰਹੇ ਹੈ, ਜੇ ਟੀਚਰ ਪੜ੍ਹਾਈ ਰਹੇ ਹੈ, ਤਾਂ ਵਾਈਐਸ ਦੇ ਬੱਚੇ ਹੀ ਕਿਉਂ, ਸਾਰੇ ਬੱਚੇ ਕਿਉਂ ਨਹੀਂ। ਅਤੇ ਦੂਸਰਾ, ਬੱਚਿਆਂ ਨੂੰ ਅਤੇ ਮਾਪਿਆਂ ਨੂੰ ਜ਼ਰੂਰਤ ਹੈ ਐਜੂਕੇਸ਼ਨ ਅਤੇ ਐਜੂਕੇਸ਼ਨ 'ਚ ਫ਼ਰਕ ਕਰਨ ਦੀ। ਕਈ ਵਾਰ ਆਪਾਂ ਕੱਪੜੇ 'ਚ ਤਾਂ ਆਪਾਂ ਫ਼ਰਕ ਕਰ ਲੈਂਦੇ ਹਾਂ ਕਿ ਆਹ ਕੱਪੜਾ ਵਧੀਆ ਹੈ, ਆਹ ਕੱਪੜਾ ਮਾੜਾ ਹੈ। ਆਪਾਂ ਜਿਹੜੀ ਕੋਈ ਚੀਜ਼ਾਂ ਨੇ ਉਹਨਾਂ 'ਚ ਤਾਂ ਫ਼ਰਕ ਕਰ ਲੈਂਦੇ ਹਾਂ ਕਿ ਆਹ ਮੋਬਾਈਲ ਵਧੀਆ, ਆਹ ਮੋਬਾਈਲ ਮਾੜਾ ਹੈ। ਐਜੂਕੇਸ਼ਨ 'ਚ ਕਈ ਵਾਰ ਲੋਕਾਂ ਨੂੰ ਫ਼ਰਕ ਪਤਾ ਨਹੀਂ ਲੱਗਦਾ। ਲੋਕਾਂ ਨੂੰ ਲੱਗਦਾ ਉਹੀ ਕਾਇਦੇ ਹੈ, ਉਹੀ ਕਿਤਾਬਾਂ ਨੇ, ਉਹੀ ਸਵਾਲ ਹੈ, ਉਹੀ ਸਾਰਾ ਕੁਛ ਹੈ, ਅਤੇ ਫਿਰ ਫ਼ਰਕ ਕੀ ਹੈ। ਉਹ ਫ਼ਰਕ ਜਿਹੜਾ ਹੈ ਨਾ ਸਰ, ਉਹ ਜਾ ਕੇ 20 ਸਾਲ ਬਾਅਦ ਪਤਾ ਲੱਗਦਾ ਹੈ, ਜਦੋਂ ਬੱਚਾ ਸਮਾਜ 'ਚ ਵਿਚਰਦਾ ਹੈ ਕਿ ਆਹ ਦੇਖੋ ਫ਼ਰਕ ਰਿਹਾ। ਪਰ ਉਦੋਂ ਫਿਰ ਵਾਪਸ ਨਹੀਂ ਮੁੜਿਆ ਜਾ ਸਕਦਾ। ਫਿਰ ਜਿਹੜਾ ਇੱਕ ਵਾਰ ਸਟੈਪ ਲੈ ਲਿਆ, ਉਹ ਦੁਬਾਰਾ ਤੋਂ ਨਹੀਂ ਪੜ੍ਹਾਈ ਹੋ ਸਕਦੀ। ਤਾਂ ਸਾਨੂੰ ਲੱਗਦਾ ਹੈ ਕਿ ਸ਼ੁਰੂ 'ਚ ਵਧੀਆ ਐਜੂਕੇਸ਼ਨ ਹਰ ਬੱਚੇ ਨੂੰ ਮੁਹੱਈਆ ਕਰਾਉਣੀ ਚਾਹੀਦੀ ਹੈ। ਇੱਕ ਤਾਂ ਗੱਲ ਹੈ ਕਿ ਆਪਾਂ ਕਹੀਏ ਕਿ ਹਰ ਬੱਚੇ ਨੂੰ ਐਜੂਕੇਸ਼ਨ ਮੁਹੱਈਆ ਕਰਾਉਣੀ ਚਾਹੀਦੀ ਹੈ, ਬਿਲਕੁਲ ਸਹੀ ਗੱਲ। ਮੈਂ ਤਾਂ ਇੱਕ ਸਟੈਪ ਅੱਗੇ ਜਾਣਾ ਕਿ ਹਰ ਬੱਚੇ ਨੂੰ ਵਧੀਆ ਐਜੂਕੇਸ਼ਨ ਮੁਹੱਈਆ ਕਰਾਉਣੀ ਚਾਹੀਦੀ ਹੈ, ਅਤੇ ਜੇ ਅਸੀਂ ਉਹ 'ਚ ਕੰਟਰੀਬਿਊਟ ਕਰ ਸਕਦੇ ਹਾਂ ਤਾਂ ਅਸੀਂ ਕਿਉਂ ਨਾ ਕਰੀਏ। ਤਾਂ ਇਹ ਸਵਾਲ ਦਰਸ਼ਕ ਵੀ ਜ਼ਰੂਰ ਧਿਆਨ ਨਾਲ ਸੁਣਨ ਜਿਹੜਾ ਹੁਣ ਮੈਂ ਪੁੱਛਣ ਜਾ ਰਿਹਾ, ਕਿਉਂਕਿ BVN ਨੈਟਵਰਕ ਪੰਜਾਬ ਵੱਲੋਂ ਵੀ ਇੱਕ ਪਹਿਲ ਕਦਮੀ ਕੀਤੀ ਗਈ ਕਿ ਅਸੀਂ ਤੁਹਾਨੂੰ ਮੋਟੀਵੇਸ਼ਨਲ, ਇੰਸਪਾਇਰੇਸ਼ਨ, ਹਿਸਟੋਰੀਕਲ ਜਾਂ ਸਕਸੈਸ ਸਟੋਰੀ, ਸਟਰਗਲ ਸਟੋਰੀ ਤੁਹਾਨੂੰ ਦੱਸ ਸਕੀਏ। ਤਾਂ ਕਈ ਵਾਰ ਜਦੋਂ ਵੀਡੀਓ ਦਰਸ਼ਕ ਦੇਖਦੇ ਨੇ, ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ BVN ਨੈਟਵਰਕ ਪੰਜਾਬ ਇਹ ਸਾਰਾ ਕੁਝ ਪੇਡ ਕਰ ਰਿਹਾ ਹੈ,
ਅਸੀਂ ਪੇਡ ਨਹੀਂ ਕਰ ਰਹੇ। ਠੀਕ ਆ, ਤੁਹਾਡੀ ਥਿੰਕਿੰਗ ਤੁਹਾਡੀ ਜਗ੍ਹਾ ਸਹੀ ਹੈ, ਸੋਚ ਸਹੀ ਹੈ, ਕਿਉਂਕਿ ਮਹਿੰਗਾਈ ਦਾ ਯੁੱਗ ਹੈ, ਸਾਡੇ ਕੋਲ ਇਕਵਿਪਮੈਂਟਸ ਵੀ ਇੰਨੇ ਨੇ, ਸਾਡੇ ਕੋਲ ਟੀਮ ਵੀ ਐਡੀ ਹੈ, ਦੇਖਣ ਵਾਲੇ ਨੂੰ ਲੱਗਦਾ ਕਿ ਸ਼ਾਇਦ ਇਹ ਲੱਖਾਂ ਦੇ ਵਿੱਚ ਕਮਾਉਂਦੇ ਨੇ ਅਤੇ ਇਹ ਸਾਰਾ ਕੁਝ ਪੇਡ ਕਰ ਰਹੇ ਨੇ, ਪਰ ਨਹੀਂ। ਹੁਣ ਇਹੀ ਸਵਾਲ ਅਸੀਂ ਵਰੁਣ ਸਰ ਨੂੰ ਪੁੱਛਣਾ ਚਾਹੁੰਦੇ ਵੀ ਇੰਨੀ ਮਹਿੰਗਾਈ ਦਾ ਯੁੱਗ ਹੈ, ਜੇ ਇੱਕ ਟੀਚਰ ਦੀ ਆਪਾਂ ਪੇ ਵੀ ਗੱਲ ਕਰੀਏ ਤਾਂ ਕਿਉਂਕਿ ਇੱਕ ਇੰਪਲੋਈ ਹੈ, ਇੰਪਲੋਈ ਨੇ ਨਹੀਂ ਸੋਚਣਾ, ਉਹ ਕਹੂਗਾ ਮੈਂ ਐਕਸਟਰਾ ਟਾਈਮ ਦੇ ਰਿਹਾ ਤਾਂ ਸਰ ਮੈਨੂੰ ਵੀ ਐਕਸਟਰਾ ਕੁਝ ਮਿਲਣਾ ਚਾਹੀਦਾ, ਅਤੇ ਬਣਦਾ ਵੀ ਹੈ ਕਿਉਂਕਿ ਉੱਥੇ ਉਹ ਮਿਹਨਤ ਕਰ ਰਹੇ ਨੇ। ਤਾਂ ਜਦੋਂ ਉੱਥੇ ਹੁਣ ਇਹ ਤਾਂ ਹੈ ਟੀਚਰ ਇਕੱਲਾ ਚਲਾ ਗਿਆ ਅਤੇ ਉਹ ਪੜ੍ਹਾ ਕੇ ਵਾਪਸ ਆ ਜਾਏਗਾ, ਉੱਥੇ ਹੋਰ ਬਹੁਤ ਸਾਰੀਆਂ ਫੈਸਿਲਿਟੀਜ਼ ਨੇ, ਹੋਰ ਬਹੁਤ ਸਾਰੇ ਜਿਹੜੇ ਖਰਚੇ ਨੇ ਉਹ ਆ ਕੇ ਤੁਹਾਡੇ ਅੱਗੇ ਖੜੇ ਹੋ ਜਾਂਦੇ ਨੇ। ਕਹਿੰਦਾ ਭਾਵ ਜੇ ਅਸੀਂ ਪਹਿਲਾਂ ਕਿਸੇ ਇੰਟਰਵਿਊ ਲੈਂਦੇ ਸਭ ਤੋਂ ਪਹਿਲਾਂ ਸਾਡੇ ਕੋਲ ਇਕਵਿਪਮੈਂਟ ਆ ਜਾਂਦਾ ਮਾਈਕ, ਉਸ ਤੋਂ ਬਾਅਦ ਆ ਜਾਂਦਾ ਕੈਮਰਾ, ਅਤੇ ਫਿਰ ਕੈਮਰੇ ਦੇ ਨਾਲ ਇੱਕ ਕੈਮਰਾਮੈਨ ਚਾਹੀਦਾ, ਕੈਮਰਾਮੈਨ ਨੂੰ ਇੱਕ ਸਟੈਂਡ ਵੀ ਚਾਹੀਦਾ। ਤਾਂ ਇਸ ਤਰ੍ਹਾਂ ਹੀ ਜਦੋਂ ਤੁਸੀਂ ਇੱਕ ਪਹਿਲ ਕਦਮੀ ਕੀਤੀ ਹੈ ਤਾਂ ਮੈਨੂੰ ਲੱਗਦਾ ਵੀ ਇਹਦੇ ਨਾਲ ਨਾਲ ਬਹੁਤ ਸਾਰੇ ਹੋਰ ਖਰਚੇ ਵੀ ਜੁੜ ਜਾਣਗੇ। ਫਿਰ ਉਹ ਸਰ ਕਿਵੇਂ ਮੈਨੇਜ ਹੋਣਗੇ? ਇੰਨਾ ਮਹਿੰਗਾਈ ਦਾ ਯੁੱਗ ਹੈ ਅਤੇ ਕਹਿੰਦੇ ਵੀ ਦਾਨ ਕਰਨ ਲਈ ਵੀ ਪੈਸਾ ਚਾਹੀਦਾ। ਇੱਕ ਤਾਂ ਸਰ ਮੈਂ ਸਮਝਦਾ ਕਿ ਸੰਸਥਾਵਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਿ ਸਾਨੂੰ ਬਹੁਤ ਜ਼ਿਆਦਾ ਸਪੋਰਟ ਮਿਲ ਰਹੀ ਹੈ। ਹੰਡਿਆਏ ਪਿੰਡ ਤੋਂ ਵੀ ਬਹੁਤ ਸਪੋਰਟ ਮਿਲ ਰਹੀ ਹੈ, ਸਾਨੂੰ ਖੁੱਡੀ ਤੋਂ ਵੀ ਬਹੁਤ ਸਪੋਰਟ ਮਿਲ ਰਹੀ ਹੈ। ਜੇ ਲੋਕ ਨਾਲ ਆਉਣਗੇ, ਜੇ ਲੋਕ ਜੁੜਨਗੇ ਤਾਂ ਕਿਵੇਂ ਕੋਈ ਮਿਸ਼ਨ ਜਿਹੜਾ ਹੈ ਸਕਸੈਸਫੁਲ ਨਹੀਂ ਹੋਏਗਾ। ਤਾਂ ਹੁਣ ਉੱਥੇ ਜਿਹੜੀ ਜਗ੍ਹਾ ਹੈ ਉਹ ਵੀ ਸਾਨੂੰ ਫ੍ਰੀ ਦਿੱਤੀ ਗਈ ਹੈ। ਉੱਥੇ ਜਿਹੜਾ ਸਪੋਰਟ ਹੈ, ਸਾਨੂੰ ਕਿੰਨੀ ਬੱਚਿਆਂ ਦੀ ਸਪੋਰਟ ਮਿਲੀ ਹੈ, ਸਾਨੂੰ ਕਿੰਨੀ ਲੋਕਾਂ ਦੀ ਸਪੋਰਟ ਮਿਲੀ ਹੈ। ਦੂਸਰਾ ਮੈਂ ਸਮਝਦਾ ਜੇ ਉਹ ਵੀ ਤਾਂ ਲੋਕ ਸਪੋਰਟ ਕਰ ਹੀ ਰਹੇ ਹੈ, ਜੇ ਉਹ ਲੋਕ ਸਪੋਰਟ ਕਰ ਸਕਦੇ ਹੈ ਤਾਂ ਅਸੀਂ ਕਿਉਂ ਨਹੀਂ ਸਪੋਰਟ ਕਰ ਸਕਦੇ? ਤਾਂ ਜਿੰਨਾ ਕੁ ਵਾਈਐਸ ਸੰਸਥਾ ਕਰ ਸਕਦੀ ਹੈ, ਤੇ ਵਾਈਐਸ ਸੰਸਥਾ ਵੀ ਤਾਂ ਲੋਕਾਂ ਦੀ ਹੀ ਸੰਸਥਾ ਹੈ, ਲੋਕਾਂ ਨੇ ਖੜਾ ਕੀਤਾ ਹੈ। ਜੇ ਲੋਕਾਂ ਨੇ ਖੜਾ ਕੀਤਾ ਹੈ ਤਾਂ ਲੋਕਾਂ ਲਈ ਕਰ ਤਾਂ ਸਕਦੀ ਹੈ। ਤੇ ਵਾਈਐਸ ਸੰਸਥਾ ਕਰੀ ਜਾ ਰਹੀ ਹੈ ਤੇ ਨਾਲ ਸਾਨੂੰ ਸਪੋਰਟ ਮਿਲੀ ਜਾ ਰਹੀ ਹੈ, ਤੇ ਸਾਨੂੰ ਜਿੰਨੀ ਸਪੋਰਟ ਮਿਲੇਗੀ ਸਰ ਉਨਾ ਹੀ ਅਸੀਂ ਇਹਨੂੰ ਅੱਗੇ ਲੈ ਕੇ ਜਾਵਾਂਗੇ, ਜਗ੍ਹਾ ਜਗ੍ਹਾ ਤੱਕ ਪਹੁੰਚਾਵਾਂਗੇ। ਵੈਸੇ ਤਾਂ ਸਰ ਵਾਈਐਸ ਦੀ ਗੋਲਡਨ ਜੁਬਲੀ ਬਣਦੀ ਅਤੇ ਗੋਲਡਨ ਜੁਬਲੀ 'ਤੇ ਇੱਕ ਸੁਨਹਿਰੀ ਕੰਮ ਕਰਨਾ ਸਾਡੇ ਲਈ ਮਾਣ ਦੀ ਗੱਲ ਹੈ। ਪਰ ਕਹਿੰਦੇ ਨੇ ਜਦੋਂ ਕੁਛ ਚੰਗਾ ਕਰਦੇ ਹੋ ਉਦੋਂ ਬਹੁਤ ਸਵਾਲ ਖੜੇ ਹੁੰਦੇ ਨੇ, ਅਤੇ ਮਾੜਾ ਕਰਦੇ ਹੋ ਉਦੋਂ ਕੋਈ ਨਹੀਂ ਪੁੱਛਦਾ। ਤਾਂ ਹੁਣ ਜਿਵੇਂ ਤੁਸੀਂ ਚੰਗਾ ਕਰਨ ਜਾ ਰਹੇ ਹੋ ਤਾਂ ਇੱਕ ਲੋਕਾਂ ਦੇ ਮਨ 'ਚ ਸਵਾਲ ਹੋਊ ਜਿਹੜਾ ਅਸੀਂ ਖੁਦ ਪੁੱਛਾਂਗੇ, ਕਿਉਂਕਿ ਨਹੀਂ ਅਗਲਾ ਕਹਿੰਦਾ ਵੀ ਇਹ ਪੇਡ ਹੈ। ਤਾਂ ਹੁਣ ਇੱਥੇ ਲੋਕਾਂ ਦੇ ਮਨ 'ਚ ਇੱਕ ਸਵਾਲ ਆ ਜਾਂਦਾ ਕਿ ਯਾਰ ਵਾਈਐਸ ਸ਼ਾਇਦ ਹੁਣ ਇਹ ਐਡਮਿਸ਼ਨ ਪਰਪਸ ਲਈ ਕਰ ਰਿਹਾ, ਤਾਂ ਨੈਚੁਰਲੀ ਸਵਾਲ ਹੈ ਨਾ। ਤਾਂ ਉਸ ਸਵਾਲ ਦਾ ਜਵਾਬ ਤੁਸੀਂ ਕੀ ਦੇਣਾ ਚਾਹੋਗੇ? ਲੋਕਾਂ ਦੇ ਦਿਮਾਗ 'ਚ ਤਾਂ ਇਹ ਸਵਾਲ ਨੈਚੁਰਲੀ ਜਦੋਂ ਖਬਰਾਂ ਲੱਗੀਆਂ ਨੇ ਪੈਦਾ ਹੋਊਗਾ। ਮੈਂ ਤਾਂ ਸਰ ਇਹਨੂੰ ਬੜੀ ਪੋਜ਼ਿਟਿਵਲੀ ਗੱਲ ਦੇਖਦਾ। ਬਾਕੀ ਤਾਂ ਐਂ ਹੈ ਕਿ ਦੇਖੋ ਉਹ ਕਹਿੰਦੇ ਆ ਕਿ ਜਿਹਨੇ ਨੈਗੇਟਿਵ ਲੱਭਣਾ ਹੈ ਉਹ ਤਾਂ ਤੁਸੀਂ ਕੁਛ ਮਰਜ਼ੀ ਕਰ ਲਓ, ਬੰਦੇ ਨੇ ਨੈਗੇਟਿਵ ਲੱਭ ਹੀ ਲੈਣਾ ਹੈ ਨਾ। ਇੱਕ ਨੈਗੇਟਿਵ ਤਾਂ ਐਸੀ ਚੀਜ਼ ਹੈ ਜਿਹੜੀ ਕਿ ਦੁਨੀਆ 'ਚ ਹਰ ਕੋਈ ਬੰਦਾ ਲੱਭ ਸਕਦਾ ਹੈ। ਪੋਜ਼ਿਟਿਵ ਲੱਭਣ ਲਈ ਇੱਕ ਵਧੀਆ ਅੱਖਾਂ ਚਾਹੀਦੀਆਂ ਨੇ ਅਤੇ ਵਧੀਆ ਦਿਮਾਗ ਚਾਹੀਦਾ ਹੈ। ਦੂਸਰਾ ਮੈਂ ਸਮਝਦਾ ਕਿ ਅਲਟੀਮੇਟਲੀ ਅਸੀਂ ਬੱਚਿਆਂ ਨੂੰ ਫ੍ਰੀ ਪੜ੍ਹਾ ਰਹੇ ਹਾਂ। ਲੈਟ ਅਸ ਸਪੋਜ਼ ਮੈਂ 2 ਮਿੰਟ ਲਈ ਮੰਨ ਵੀ ਲਵਾਂ ਕਿ ਕੋਈ ਕਹੇ ਹਾਂਜੀ ਕਿ ਆਹ ਐਡਮਿਸ਼ਨ ਲਈ ਕਰ ਰਹੇ ਹੈ, ਐਡਮਿਸ਼ਨ ਵੀ ਤਾਂ ਹੀ ਆਊਗੀ ਜੇ ਬੱਚੇ 'ਚ ਕੋਈ ਫਰਕ ਆਊਗਾ। ਜੇ ਮੈਂ ਇੱਕ ਪੇਰੈਂਟ ਹਾਂ, ਮੈਨੂੰ ਕੋਈ ਟੀਚਰ ਕਹਿ ਰਿਹਾ ਕਿ ਜੀ ਤੂੰ ਮੇਰੇ ਕੋਲ ਪੜ੍ਹਾ ਦੇ, ਮੈਂ ਕੋਈ ਚਾਰਜ ਨਹੀਂ ਕਰਦਾ, ਮੈਂ ਕਹਿੰਦਾ ਠੀਕ ਹੈ ਪੜ੍ਹਾ ਦਿੰਦਾ। ਉਹਨੇ 2 ਮਹੀਨੇ 4 ਮਹੀਨੇ 6 ਮਹੀਨੇ ਪੜ੍ਹਾਇਆ, ਬੱਚੇ ਨੇ ਵਧੀਆ ਪ੍ਰੋਗਰੈਸ ਕਰ ਲਈ, ਫਿਰ ਮੈਂ ਜੇ ਉਹਦੇ ਕੋਲ ਲਗਾ ਵੀ ਦਿੱਤਾ, ਫਿਰ ਇਹ 'ਚ ਕੀ ਵੱਡੀ ਗੱਲ ਹੈ? ਬੰਦੇ ਨੇ ਪਹਿਲਾਂ ਆਪਣਾ ਹੁਨਰ ਦਿਖਾਇਆ, ਬੰਦੇ ਨੇ ਪਹਿਲਾਂ ਆਪਣਾ ਕੰਮ ਦਿਖਾਇਆ, ਬੰਦੇ ਨੇ ਕਿਹਾ ਕਿ ਆਹ ਦੇਖੋ ਬੱਚਾ 'ਚ ਫਰਕ ਪਿਆ, ਅਤੇ ਜੇ ਬੱਚਿਆਂ 'ਚ ਫਰਕ ਪਿਆ ਤਾਂ ਹੀ ਮੈਂ ਉਹਦੇ ਕੋਲ ਗਿਆ। ਬੰਦੇ ਨੇ ਮੈਨੂੰ ਕੋਈ ਜ਼ਬਰਦਸਤੀ ਤਾਂ ਨਹੀਂ ਰੋਕ ਲਿਆ ਕਿ ਨਹੀਂ ਤੂੰ ਇੱਥੇ ਹੀ ਕਰੇਗਾ। ਤਾਂ ਮੈਂ ਸਮਝਦਾ ਕੋਈ ਵੀ ਸੰਸਥਾ ਹੈ, ਜੇ ਕੋਈ ਸੰਸਥਾ ਆਪਣਾ ਕੰਮ ਦਿਖਾਉਂਦੀ ਹੈ ਅਤੇ ਉਹ ਕੰਮ ਦੇ ਬੇਸਿਸ 'ਤੇ ਲੋਕ ਉਹਦੇ ਕੋਲ ਆਉਂਦੇ ਹੈ। ਸਰਕਾਰਾਂ ਵੀ ਤਾਂ ਹੀ ਕਰਦੀਆਂ ਨੇ। ਸਰਕਾਰਾਂ ਦੇਖੋ ਆਪਣੇ ਕਿੰਨੇ ਬੜੇ ਪੋਸਟਰ ਲਗਾਉਂਦੀਆਂ ਨੇ, ਸਾਰਾ ਕੁਝ ਕਰਦੀਆਂ ਨੇ ਕਿ ਅਸੀਂ ਆਹ ਕੰਮ ਕੀਤਾ, ਆਹ ਕੀਤਾ ਅਤੇ ਸਾਨੂੰ ਵੋਟ ਦਿਓ। ਅਤੇ ਜੇ ਸੰਸਥਾ ਵੀ ਇਹ ਕਰ ਰਹੀ ਹੈ ਤਾਂ ਮੈਂ ਸਮਝਦਾ ਆ ਵੀ ਰਾਦਰ ਐਪਰੀਸ਼ੀਏਬਲ ਕਦਮ ਹੈ। ਇਹ 'ਚ ਕੋਈ ਨੈਗੇਟਿਵ ਵਾਲੀ ਗੱਲ ਨਹੀਂ ਹੈ। ਜੇ ਵਧੀਆ ਚੀਜ਼ ਕਰਕੇ ਐਡਮਿਸ਼ਨ ਆਉਂਦੀ ਹੈ ਫਿਰ ਵਧੀਆ ਕਰਨਾ ਕਿਹੜਾ ਗਲਤ ਗੱਲ ਹੈ? ਬਿਲਕੁਲ ਵਧੀਆ ਕਰੋ, ਇਹ 'ਚ ਕੀ ਦਿੱਕਤ ਹੈ? ਤਾਂ ਸਰ ਜਿਸ ਤਰ੍ਹਾਂ ਪਹਿਲਾਂ ਮੀਡੀਆ ਹੁੰਦਾ ਸੀ ਕਿ ਲੋਕ ਆਵਾਜ਼ ਚੱਕਦਾ ਸੀ, ਪਰ ਅੱਜ ਲੋਕ ਆਵਾਜ਼ ਚੱਕ ਰਹੇ ਨੇ ਅਤੇ ਮੀਡੀਆ ਅੱਗੇ ਲੈ ਕੇ ਜਾਂਦਾ, ਅਤੇ ਮੀਡੀਆ ਨੂੰ ਵੀ ਲੋਕ ਗੁੰਮਰਾਹ ਕਰਨ ਲੱਗ ਗਏ, ਕਿਉਂਕਿ ਅਸੀਂ ਵੀ ਇੱਕ ਇਨਸਾਨ ਹੈ, ਅਸੀਂ ਵੀ ਭਾਵੁਕ ਹੋ ਜਾਂਦੇ, ਇਮੋਸ਼ਨਲ ਹੋ ਜਾਂਦੇ। ਹਾਲਾਂਕਿ ਮੈਨੂੰ ਵੀ ਪਿੱਛੇ ਜੇ ਇੱਕ ਪ੍ਰਾਈਵੇਟ ਸਕੂਲ ਨੂੰ ਲੈ ਕੇ ਜਿਹੜਾ ਗੁੰਮਰਾਹ ਕੀਤਾ ਗਿਆ ਸੀ, ਅਤੇ ਮੈਂ ਵੀ ਉੱਥੇ ਭਾਵੁਕ ਹੋ ਕੇ ਜਦੋਂ ਮੈਨੂੰ ਕਿਹਾ ਗਿਆ ਕਿ ਮੇਰਾ ਬੱਚਾ ਤਾਂ ਸੁਸਾਈਡ ਕਰ ਲਏਗਾ ਤਾਂ ਮੈਂ ਵੀ ਭਾਵੁਕ ਹੋ ਗਿਆ ਸੀ। ਇਸ ਤਰ੍ਹਾਂ ਆਪਣੇ ਵੀ ਕਈ 2-4 ਜਿਹੜੀ ਵੀਡੀਓਜ਼ ਨੇ ਉਸ ਨੂੰ ਲੈ ਕੇ ਵੀ ਹੋ ਜਾਂਦਾ। ਤਾਂ ਜਦੋਂ ਇਸ ਤਰ੍ਹਾਂ ਦੀ ਚੀਜ਼ ਹੁੰਦੀ ਹੈ ਅਤੇ ਆਪਾਂ ਇਸ ਲੈਵਲ ਦੇ ਉੱਤੇ ਐਜੂਕੇਸ਼ਨ ਦੇ ਰਹੇ ਹਾਂ, ਤਾਂ ਉਸ ਲੈਵਲ 'ਤੇ ਜਾ ਕੇ ਐਜੂਕੇਸ਼ਨ ਸੈਕਟਰ 'ਚ ਤੁਸੀਂ ਕੀ ਦੇਖਦੇ ਹੋ ਵੀ ਇਸ ਚੀਜ਼ ਨੂੰ ਲੋਕਾਂ ਨੂੰ ਕਿਸ ਤਰ੍ਹਾਂ ਲੈਣਾ ਚਾਹੀਦਾ? ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ, ਪਹਿਲੀ ਗਲਤੀ ਸਾਡੀ ਹੈ ਕਿ ਅਸੀਂ ਗੁੰਮਰਾਹ ਹੋ ਕੇ ਉਸ ਨੂੰ ਟੂ ਫੇਸ ਨਹੀਂ ਕਰਦੇ ਅਤੇ ਅਸੀਂ ਇਮੋਸ਼ਨਲ ਹੋ ਕੇ ਉਸ ਨੂੰ ਚੱਕ ਲੈਂਦੇ ਹਾਂ। ਅਤੇ ਜਦੋਂ ਲੋਕਾਂ 'ਚ ਇਹ ਚੀਜ਼ ਜਾਂਦੀ ਤਾਂ ਲੋਕ ਉਸ ਨੂੰ ਕਿਵੇਂ ਲੈਣ? ਕਿਉਂਕਿ ਜੇ ਐਜੂਕੇਸ਼ਨ ਸੈਕਟਰ ਇੱਥੋਂ ਖਤਮ ਹੁੰਦਾ ਤਾਂ ਨੁਕਸਾਨ ਲੋਕਾਂ ਨੂੰ ਹੈ। ਸੰਸਥਾ ਨੇ ਕੀ ਹੈ, ਬਿਲਡਿੰਗ ਹੈ, ਇਹਨੂੰ ਕਿਸੇ ਹੋਰ ਜਗ੍ਹਾ ਯੂਟੀਲਾਈਜ਼ ਕਰ ਦਾਂਗੇ। ਮੈਂ ਸਰ ਮੈਨੂੰ ਲੱਗਦਾ ਕਿ ਥੈਂਕ ਯੂ ਸੋ ਮਚ ਆਹ ਕੁਐਸਚਨ ਪੁੱਛਣ ਦੇ ਲਈ। ਅਤੇ ਮੇਰੇ ਕੋਲ ਇਹਦੇ 3 ਮੈਨੂੰ ਲੱਗਦਾ ਇਹਦੇ ਜਵਾਬ ਹੈ।
ਨੰਬਰ 1 ਤਾਂ ਮੈਨੂੰ ਐਂ ਲੱਗਦਾ ਕਿ ਆਹ ਆਪਣੀ ਰਿਸਪੌਂਸਿਬਿਲਿਟੀ ਬਣਦੀ ਹੈ ਕਿਸੇ ਵੀ, ਕਿਉਂਕਿ ਲੋਕ ਨਾ ਪੱਤਰਕਾਰੀ ਨੂੰ ਇੱਕ ਬੜਾ ਇੰਡੀਪੈਂਡੈਂਟ ਜਿਹਾ ਉਹਦਾ ਸਵਰੂਪ ਦੇਖਦੇ ਨੇ, ਅਤੇ ਮੈਨੂੰ ਲੱਗਦਾ ਕਿ ਲੋਕਾਂ ਦਾ ਅਪਰੋਚ ਕਰਨਾ ਵੀ ਬਣਦਾ ਅਤੇ ਉਹਨਾਂ ਤੋਂ ਜਸਟੀਫਿਕੇਸ਼ਨ ਲੈਣਾ ਵੀ ਬਣਦਾ ਦੂਜੀ ਪਾਰਟੀ ਤੋਂ। ਜੇ ਆਪਾਂ ਇੱਕ ਤਰਫਾ ਗੱਲ ਕਰਾਂਗੇ, ਚਾਹੇ ਉਹ ਕੋਈ ਮਰਜ਼ੀ ਗੱਲ ਹੈ, ਉਹ ਕਦੇ ਨਾ ਕਦੇ ਪੂਰਨ ਨਹੀਂ ਹੁੰਦੀ, ਚਾਹੇ ਉਹ ਜੁਡੀਸ਼ਰੀ ਹੋਏ, ਚਾਹੇ ਉਹ ਜਰਨਲਿਜ਼ਮ ਹੋਏ। ਦੂਸਰਾ ਸਰ ਮੈਨੂੰ ਇਹ ਲੱਗਦਾ ਕਿ ਜਿੱਥੇ ਦੇਖੋ ਵਧੀਆ ਕੰਮ ਹੋਊਗਾ, ਉੱਥੇ ਜਿਵੇਂ ਕਹਿੰਦੇ ਆ ਨਾ, ਜਿੱਥੇ ਕਾਪੀ 'ਤੇ ਕੋਈ ਬੱਚਾ ਲਿਖੂਗਾ ਅਤੇ ਆਪਣਾ ਲਿਖੂਗਾ, ਉੱਥੇ ਕਈ ਵਾਰ ਕੱਟ ਵੱਢ ਵੀ ਹੁੰਦੀ ਹੈ। ਜੇ ਕਿਸੇ ਕਾਪੀ 'ਤੇ ਕੋਈ ਕੱਟ ਵੱਢ ਨਾ ਹੋਏ, ਬਿਲਕੁਲ ਸਾਫ਼ ਹੋਏ, ਤਾਂ ਸਮਝੋ ਉਹਨੇ ਨੋਟਬੁੱਕ ਜਿਹੜੀ ਹੈ ਆਪਣੇ ਆਪ ਨਹੀਂ ਬਣਾਈ, ਉਹਨੇ ਬਲੈਕ ਬੋਰਡ ਤੋਂ ਰੱਟਾ ਮਾਰਿਆ ਹੋਇਆ, ਉਹਨੇ ਬਲੈਕ ਬੋਰਡ ਤੋਂ ਟੇਪੀ ਹੋਈ ਹੈ। ਤਾਂ ਇਹਦਾ ਮਤਲਬ ਸਿਰਫ ਆ ਹੈ ਕਿ ਜਦੋਂ ਆਪਾਂ ਕੋਈ ਵਧੀਆ ਕੰਮ ਕਰਦੇ ਹਾਂ ਜਾਂ ਜਿਹੜਾ ਕੰਮ ਕਰਦਾ ਹੈ, ਉਦੋਂ ਦੇਖੋ ਇਸ਼ੂਜ਼ ਵੀ ਹੁੰਦੇ ਆ, ਉਦੋਂ ਪ੍ਰੋਬਲਮਸ ਵੀ ਹੁੰਦੀਆਂ ਨੇ, ਉਦੋਂ ਗਲਤੀਆਂ ਵੀ ਹੁੰਦੀਆਂ ਨੇ। ਰਾਦਰ ਗਲਤੀਆਂ ਕਿਤੇ ਨਾ ਕਿਤੇ ਇਸ ਚੀਜ਼ ਦਾ ਸਬੂਤ ਹੈ ਕਿ ਸੰਸਥਾ ਕੁਛ ਨਾ ਕੁਛ ਕਰ ਰਹੀ ਹੈ। ਜਿਹੜੀ ਸੰਸਥਾ 'ਚ ਗਲਤੀਆਂ ਨਹੀਂ ਹੁੰਦੀਆਂ, ਜਿਹੜਾ ਇਨਸਾਨ ਗਲਤੀ ਨਹੀਂ ਕਰਦਾ, ਇਹਦਾ ਮਤਲਬ ਉਹ ਇਨਸਾਨ ਕੁਝ ਨਹੀਂ ਕਰਦਾ। ਤੀਸਰਾ ਮੈਂ ਸਮਝਦਾ ਕਿ ਇਨ ਜਰਨਲ ਦੇਖੋ ਕੋਈ ਮਰਜ਼ੀ ਐਜੂਕੇਸ਼ਨਲ ਇੰਸਟੀਟਿਊਟ ਹੈ, ਅਲਟੀਮੇਟਲੀ ਐਜੂਕੇਸ਼ਨ ਇੰਸਟੀਟਿਊਟ ਬੱਚਿਆਂ ਨੂੰ ਪੜ੍ਹਾਈ ਰਹੀ ਹੈ, ਉਹਨਾਂ ਨੂੰ ਸਹੀ ਰਾਹ ਹੀ ਲਾ ਰਹੀ ਹੈ, ਕੋਈ ਗਲਤ ਕੰਮ ਤਾਂ ਨਹੀਂ ਕਰ ਰਹੀ। ਬੱਚਿਆਂ ਨੂੰ ਕਿਸੇ ਗਲਤ ਐਜੂਕੇਸ਼ਨ ਸੰਸਥਾ ਤਾਂ ਨਹੀਂ ਕਹਿੰਦੀ ਕਿ ਤੁਸੀਂ ਗਲਤ ਹੋ, ਤੁਸੀਂ ਇਹਨੂੰ ਮਾਰੋ, ਇਹਨੂੰ ਕਰੋ। ਸੰਸਥਾ ਤਾਂ ਵਧੀਆ ਸਿਖਾ ਰਹੀ ਹੈ। ਆਫਟਰ ਆਲ ਜੇ ਕੁਝ ਬੱਚਿਆਂ ਦਾ ਇਸ਼ੂ ਹੈ, ਉਹ ਵੀ ਤਾਂ ਇੱਕ ਸਮਾਜ ਦੀ ਰਿਫਲੈਕਸ਼ਨ ਹੀ ਹੈ, ਅਤੇ ਆਪਾਂ ਸੰਸਥਾ 'ਚ ਵੀ ਤਾਂ ਹੀ ਭੇਜਦੇ ਹਾਂ ਕਿ ਬੱਚੇ ਜਿਹੜੇ ਨੇ ਉਹ ਠੀਕ ਬਣਨ, ਉਹ ਵਧੀਆ ਰਾਹ 'ਤੇ ਲੱਗਣ। ਅਤੇ ਸੰਸਥਾ ਦਾ ਮੇਰੇ ਖਿਆਲ 'ਚ ਹਰ ਸੰਸਥਾ ਦਾ ਆਹੀ ਜ਼ੋਰ ਹੈ, ਚਾਹੇ ਉਹ ਪ੍ਰਾਈਵੇਟ ਹੈ ਚਾਹੇ ਪਬਲਿਕ ਹੈ, ਜਦੋਂ ਤੱਕ ਐਜੂਕੇਸ਼ਨ ਦਾਇਰਾ ਹੈ, ਉਦਾਰੇ ਦਾ ਆਹੀ ਪਰਪਸ ਹੈ ਕਿ ਬੱਚਿਆਂ ਨੂੰ ਸਹੀ ਰਾਹ 'ਤੇ ਲਗਾਇਆ ਜਾਵੇ। ਅਤੇ ਮੈਂ ਨਹੀਂ ਸਮਝਦਾ ਕਿ ਉਹ 100% ਕਾਮਯਾਬ ਹੁੰਦੇ ਹੈ, ਪਰ ਜੋ 90% ਵੀ ਕਾਮਯਾਬ ਹੁੰਦੇ ਹੈ, ਤਾਂ ਮੇਰੇ ਖਿਆਲ 'ਚ ਸਮਾਜ ਨੂੰ ਉਹ ਕਾਮਯਾਬੀ ਨੂੰ ਵੀ ਅੱਗੇ ਲੈ ਕੇ ਜਾਣਾ ਚਾਹੀਦਾ ਹੈ। ਜਿੰਨਾ ਕਿ ਉਹ 10% ਨੈਗੇਟਿਵ ਨਿਊਜ਼ ਨੂੰ ਆਪਾਂ ਜਿੰਨੀ ਹੱਲਾਸ਼ੇਰੀ ਦਿੰਦੇ ਹਾਂ, ਉਨੀ ਹੀ ਹੱਲਾਸ਼ੇਰੀ, ਰਾਦਰ ਉਹ ਤੋਂ ਵੱਧ ਹੱਲਾਸ਼ੇਰੀ ਪੋਜ਼ਿਟਿਵ ਨਿਊਜ਼ ਨੂੰ ਦੇਣੀਆਂ ਚਾਹੀਦੀਆਂ, ਤਾਂ ਹੀ ਆਪਣਾ ਸਮਾਜ ਆਪਣੇ ਲਈ ਇੱਕ ਵਧੀਆ ਬਣ ਕੇ ਆਊਗਾ। ਤਾਂ ਸਰ ਜਦੋਂ ਐਜੂਕੇਸ਼ਨ ਦੀ ਗੱਲ ਚੱਲਦੀ ਤਾਂ ਹਰ ਬੰਦਾ ਇੱਕੋ ਹੀ ਸੋਚਦਾ ਵੀ ਐਜੂਕੇਸ਼ਨ ਸਿਰਫ ਉਹੀ ਹੈ ਜਿਹੜੀ ਸਕੂਲਾਂ ਕਾਲਜਾਂ 'ਚ ਕੀਤੀ ਜਾਂਦੀ ਹੈ, ਪਰ ਐਜੂਕੇਸ਼ਨ ਕੁਛ ਕੁ ਸੋਸ਼ਲੀ ਵੀ ਹੁੰਦੀ ਹੈ। ਜਿਵੇਂ ਸਮਾਜ ਦੇ ਵਿੱਚ ਅੱਜ ਨਸ਼ੇ ਦਾ ਕੋਹੜ ਹੈ ਜਿਹੜਾ ਉਹ ਵੱਧਦਾ ਜਾ ਰਿਹਾ ਹੈ। ਸੋਸ਼ਲ ਮੀਡੀਆ ਦੀ ਗੱਲ ਕਰੀ ਤਾਂ ਬਹੁਤ ਸਾਰਾ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦਾ ਮੈਟਰ ਹੈ ਜਿਹੜਾ ਬੱਚੇ ਨਾ ਚਾਹ ਕੇ ਵੀ ਅੱਗੇ ਫੇਸ ਕਰਦੇ ਨੇ। ਤਾਂ ਜਦੋਂ ਹੁਣ ਜਿਵੇਂ ਆਪਾਂ ਐਜੂਕੇਸ਼ਨ ਦੀ ਅਵੇਅਰਨੈਸ ਵੱਲ ਹੀ ਚੱਲੇ ਹਾਂ, ਕਿ ਲੱਗਦਾ ਵੀ ਇਸ ਨਾਲ ਜਦੋਂ ਟੀਚਰ ਅਤੇ ਬੱਚੇ ਇੱਕ ਕੋਲੈਬੋਰੇਸ਼ਨ ਹੋਣਗੇ, ਇੱਕ ਫਰੈਂਡਲੀ ਇਨਵਾਇਰਮੈਂਟ ਹੋ ਜਾਏਗਾ ਕਿ ਬੱਚੇ ਉਸ ਐਜੂਕੇਸ਼ਨ ਨੂੰ ਵੀ ਲੈ ਕੇ ਅਵੇਅਰ ਹੋਣਗੇ ਅਤੇ ਐਜੂਕੇਟ ਹੋਣਗੇ। ਸਰ ਇਨ ਜਰਨਲ ਮੈਨੂੰ ਲੱਗਦਾ ਹੈ ਨਾ, ਲੋਕਾਂ ਦਾ ਜਿਹੜਾ ਆਪਣੇ ਸਮਾਜ 'ਚ ਜਿਹੜਾ ਡਿਫਰੈਂਸ ਹੈ, ਪੜ੍ਹਾਈ ਨੂੰ ਹੀ ਆਪਾਂ ਸਿੱਖਿਆ ਸਮਝ ਲਈ। ਅਸੀਂ ਸਮਝਦੇ ਹਾਂ ਕਿ ਪੜ੍ਹਾਈ ਇੱਕ ਅਲੱਗ ਚੀਜ਼ ਹੈ, ਸਿੱਖਿਆ ਇੱਕ ਅਲੱਗ ਚੀਜ਼ ਹੈ। ਪੜ੍ਹਾਈ ਜਿਹੜਾ ਹੈ ਉਹ ਸਿੱਖਿਆ ਦਾ ਇੱਕ ਛੋਟਾ ਜਿਹਾ ਰੂਪ ਹੈ, ਇੱਕ ਛੋਟਾ ਜਿਹਾ ਅੰਗ ਹੈ। ਸਿੱਖਿਆ ਅਸੀਂ ਸਮਝਦੇ ਹਾਂ 3 ਤਰ੍ਹਾਂ ਦੀ ਸਿੱਖਿਆ ਹੁੰਦੀ ਹੈ। ਇੱਕ ਪੜ੍ਹਾਈ ਜਿਹਨੂੰ ਆਪਾਂ ਕਹਿੰਦੇ ਹਾਂ ਅਕੈਡਮਿਕਸ, ਦੂਸਰਾ ਸਕਿੱਲਸ ਕਿ ਮੈਨੂੰ ਕਿੰਨੀਆਂ ਸਕਿੱਲਸ ਆਉਂਦੀਆਂ, ਤੀਸਰਾ ਵੈਲਿਊ ਸਿਸਟਮ। ਜਿਹੜੇ ਬੱਚੇ 'ਚ ਵੈਲਿਊ ਸਿਸਟਮ ਨਹੀਂ ਹੈ, ਉਹ ਮੈਂ ਸਮਝਦਾ ਉਹ ਸਿੱਖਿਤ ਨਹੀਂ ਹੈ। ਉਹਨੇ ਸਿਰਫ ਪੜ੍ਹਾਈ ਕੀਤੀ ਹੋਈ ਹੈ, ਉਹਨੇ 10ਵੀਂ 'ਚ ਤਾਂ ਨੰਬਰ ਲੈ ਲਏ, 12ਵੀਂ 'ਚ ਤਾਂ ਨੰਬਰ ਲੈ ਲਏ, ਇੰਜੀਨੀਅਰਿੰਗ ਦੀ ਡਿਗਰੀ ਤਾਂ ਕਰਦੀ, ਪਰ ਉਹ ਸਹੀ ਮਾਇਨੇ 'ਚ ਸਿੱਖਿਤ ਨਹੀਂ ਹੈ। ਜੇ ਅੱਜ ਦੀ ਡੇਟ 'ਚ ਕੋਈ ਵੀ ਕਰਪਸ਼ਨ ਕਰਦਾ ਹੈ, ਚਾਹੇ ਉਹ CEO ਕਿਉਂ ਨਾ ਹੋਏ, ਚਾਹੇ ਵੱਡੇ ਤੋਂ ਵੱਡਾ ਮਿਨਿਸਟਰ ਕਿਉਂ ਨਾ ਹੋਏ, ਚਾਹੇ ਕੋਈ ਵੀ ਸਮਾਜ ਦਾ ਉਹ ਪਰਸਨ ਕਿਉਂ ਨਾ ਹੋਏ, ਜੇ ਉਹ ਅੱਜ ਦੀ ਡੇਟ 'ਚ ਕਰਪਸ਼ਨ ਕਰਦਾ ਤਾਂ ਮੈਂ ਸਮਝਦਾ ਉਹ ਬੰਦਾ ਸਿੱਖਿਤ ਨਹੀਂ ਹੈ, ਉਹ ਸਿਰਫ ਪੜ੍ਹਿਆ ਹੋਇਆ ਬੰਦਾ ਹੈ। ਤਾਂ ਆਪਾਂ ਨੂੰ ਲੋੜ ਹੈ ਬੱਚਿਆਂ ਨੂੰ ਸਿਰਫ ਪੜ੍ਹਾਉਣਾ ਨਹੀਂ, ਬੱਚਿਆਂ ਨੂੰ ਸਿੱਖਿਤ ਕਰਨਾ। ਅਤੇ ਜਿਵੇਂ ਜਿਵੇਂ ਸਮਾਜ ਅੱਗੇ ਜਾਊਗਾ, ਜਿਵੇਂ ਜਿਵੇਂ ਲੋਕ ਹੱਲਾਸ਼ੇਰੀ ਦੇਣਗੇ, ਸੰਸਥਾਵਾਂ ਨੂੰ ਐਪਰੀਸ਼ੀਏਟ ਕਰਨਗੇ ਐਜੂਕੇਸ਼ਨ ਇੰਸਟੀਟਿਊਟਸ ਨੂੰ, ਉਵੇਂ ਉਵੇਂ ਐਜੂਕੇਸ਼ਨ ਇੰਸਟੀਟਿਊਟਸ ਬੱਚਿਆਂ ਲਈ ਅਤੇ ਸਮਾਜ ਲਈ ਹੋਰ ਬਿਹਤਰੀ ਦਾ ਕੰਮ ਕਰਨਗੇ। ਤਾਂ ਸਰ ਆਪਾਂ ਕਹਿ ਸਕਦੇ ਜਿਵੇਂ ਬ੍ਰਹਮੰਡ ਦੇ ਵਿੱਚ ਕਈ ਗ੍ਰਹਿ ਉਪਗ੍ਰਹਿ ਹੁੰਦੇ ਨੇ, ਅਤੇ ਐਜੂਕੇਸ਼ਨ ਵੀ ਉਹਨਾਂ ਗ੍ਰਹਿ ਵਿੱਚ ਇੱਕ ਮਿੱਟੀ ਦੇ ਕਣ ਵਰਗਾ, ਅਤੇ ਸਿੱਖਿਆ ਦਾ ਬਹੁਤ ਵੱਡਾ ਇੱਕ ਰੂਪ ਹੈ ਜਿਹੜਾ ਬ੍ਰਹਮੰਡ ਬਣ ਜਾਂਦਾ ਵੀ ਉੱਥੇ ਤੱਕ ਬੱਚਾ ਜਿਹੜਾ ਇੰਨਾ ਐਜੂਕੇਟ ਨਹੀਂ ਹੋ ਪਾਉਂਦਾ, ਜਿਹੜੀ ਚੀਜ਼ ਆਪਾਂ ਹੁਣ ਉਹ ਸ਼ੁਰੂ ਕਰ ਰਹੇ ਹਾਂ ਕਿ ਤਾਂ ਕਿ ਬੱਚਾ ਉਸ ਤੱਕ ਜਾ ਸਕੇ। ਜੀ ਜੀ ਬਿਲਕੁਲ ਸਰ। ਸਿੱਖਿਆ ਤੋਂ ਬਿਨਾਂ ਮੈਨੂੰ ਲੱਗਦਾ ਕਿ ਜੇ ਆਪਾਂ ਸਿੱਖਿਆ ਨੂੰ ਸਿਰਫ ਉਹ ਕਹਿੰਦੇ ਨਾ ਕਿ ਇਨਸਾਨ ਅਤੇ ਜਾਨਵਰ 'ਚ ਫਰਕ ਕੀ ਹੈ, ਆਹੀ ਫਰਕ ਹੈ ਕਿ ਇਨਸਾਨ ਸਿਵਲਾਈਜ਼ਡ ਹੈ, ਅਤੇ ਸਿਵਲਾਈਜ਼ਡ ਬਣਦਾ ਕਿਵੇਂ ਹੈ, ਅਲਟੀਮੇਟਲੀ ਤਾਂ ਉਹ ਸਿੱਖਿਆ ਤੋਂ ਹੀ ਬਣਦਾ ਹੈ। ਅਤੇ ਜੇ ਸਿੱਖਿਆ ਨੂੰ ਹਟਾ ਦਈਏ ਤਾਂ ਫਿਰ ਮੈਨੂੰ ਲੱਗਦਾ ਇਹ ਦੋਨਾਂ 'ਚ ਕੋਈ ਫਰਕ ਨਹੀਂ ਰਹਿ ਜਾਵੇਗਾ। ਤਾਂ ਸਰ ਆਪਾਂ ਤਾਂ ਕਹਿੰਦੇ ਪਹਿਲ ਕਦਮੀ ਕਰਤੀ, ਇੱਕ ਪੌਦੇ ਦਾ ਬੀਜ ਹੈ ਜਿਹੜਾ ਲਗਾਤਾ, ਇਹਨੇ ਅੱਗੇ ਪੱਤੀਆਂ ਬਣਨੀਆਂ ਅਤੇ ਪੱਤੀਆਂ ਤੋਂ ਬਾਅਦ ਇਹ 'ਤੇ ਫਲ ਵੀ ਲੱਗਣਾ ਹੈ। ਅਤੇ ਹਾਇਰ ਐਜੂਕੇਸ਼ਨ ਦਾ ਉਹਦਾ ਵੀ ਰਿਹਾ, ਐਜੂਕੇਸ਼ਨ ਦੇ ਵਿੱਚ ਸਕੂਲ ਅਤੇ ਐਲੀਮੈਂਟਰੀ ਦਾ ਵੀ ਉਹਦਾ ਵੀ ਰਿਹਾ ਆਪਣੇ ਕੈਬਨਿਟ ਮੰਤਰੀ ਜੀ ਕੋਲ। ਅਤੇ ਮੇਰੇ ਖਿਆਲ 'ਚ ਉਹਨਾਂ ਲਈ ਵੀ ਇੱਕ ਮਾਣ ਦੀ ਗੱਲ ਹੋਏਗੀ ਕਿ ਜੋ ਕਦਮ ਸਰਕਾਰ ਚੁੱਕ ਰਹੀ ਹੈ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਦੇ ਲਈ, ਐਜੂਕੇਸ਼ਨ ਨੂੰ ਹਾਇਰ ਲੈਵਲ 'ਤੇ ਲੈ ਕੇ ਜਾਣ ਦੇ ਲਈ, ਉਸ ਪਹਿਲ ਨੂੰ ਆਪਾਂ ਵੀ ਕੀਤਾ ਗਾ। ਤਾਂ ਕੀ ਕਹਿਣਾ ਚਾਹੁੰਦੇ ਹੋ ਸਰ ਵੀ ਸਰਕਾਰ ਦੇ ਕਦਮ ਨਾਲ ਕਦਮ ਆਪਣਾ ਮਿਲਾ ਰਹੇ ਹਾਂ? ਸਰ ਅਸੀਂ ਤਾਂ ਛੋਟੇ ਜਿਹੇ ਹਾਂ, ਜਿੰਨਾ ਕੁ ਅਸੀਂ ਕਰ ਸਕਦੇ ਹਾਂ, ਬਟ ਸਾਨੂੰ ਹਮੇਸ਼ਾ ਹੀ ਸਰਕਾਰ ਦੀ ਸਪੋਰਟ ਰਹੀ ਹੈ।
ਹਰ ਚੀਜ਼ ਸਾਨੂੰ ਸਪੋਰਟ ਰਹੀ ਹੈ, ਚਾਹੇ ਮੈਂ ਐਜੂਕੇਸ਼ਨ ਆਫਿਸਰਸ ਦੀ ਗੱਲ ਕਰਾਂ, ਚਾਹੇ ਮੈਂ ਮਿਨਿਸਟਰੀ ਲੈਵਲ ਦੀ ਗੱਲ ਕਰਾਂ, ਤੇ ਮੈਨੂੰ ਲੱਗਦਾ ਹੈ ਚਾਹੇ ਮੈਂ ਸਮਾਜ ਦੀ ਗੱਲ ਕਰਾਂ, ਤੇ ਜਿੰਨੀ ਸਪੋਰਟ ਆਪਾਂ ਰਹੇਗੀ ਜਾਂ ਜਿੰਨੀ ਸਪੋਰਟ ਆਪਾਂ ਇੱਕ ਦੂਸਰੇ ਦੀ ਕਰਾਂਗੇ, ਆਪਣਾ ਹੀ ਸਮਾਜ ਹੈ ਉਨਾ ਹੀ ਆਪਣਾ ਸਮਾਜ ਜਿਹੜਾ ਹੈ ਉਹ ਬੜੀਆ ਬਣਦਾ ਰਹੇਗਾ। ਮੈਨੂੰ ਧਿਆਨ ਹੈ ਸਰ, ਮੇਰਾ ਇੱਕ ਬੱਚਾ IIT ਕਾਨਪੁਰ ਸੀ, ਉਹਨੂੰ ਉੱਥੇ ਪ੍ਰੋਫੈਸਰਸ ਨੇ ਪੁੱਛਿਆ ਕਿ ਤੇਰੇ 'ਚ ਅੰਨਾ ਕਿਵੇਂ ਗੁਣ ਹੈ, ਅੰਨੇ ਤੇਰੇ 'ਚ ਗੁਣ ਹੈ, ਅੰਨਾ ਤੂੰ ਕਿਵੇਂ ਵਰਸਟਾਈਲ ਹੈ। ਉਹਨੇ ਕਿਹਾ, ਕਹਿੰਦਾ ਜੀ ਜਿਹੜੇ ਮੈਂ ਸਕੂਲ 'ਚੋਂ ਆਇਆ ਨਾ, ਉਹ ਸਕੂਲ 'ਚ ਮਾਲਿਕ ਨਹੀਂ ਹੈ, ਉਹ ਸਕੂਲ 'ਚ ਮਾਲੀ ਨੇ, ਅਤੇ ਜਿਹੜੇ ਮਾਲੀ ਹੈ ਉਹ ਇੱਕ ਹਰ ਪੌਦੇ ਨੂੰ ਜਿਹੜਾ ਹੈ ਉਹ ਓਨਾ ਹੀ ਧਿਆਨ ਦਿੰਦਾ ਹੈ। ਅਤੇ ਮੈਨੂੰ ਲੱਗਦਾ ਦੈਟ ਇਜ਼ ਵਟ ਵੀ ਆਰ ਡੂਇੰਗ। ਅਸੀਂ ਟਰਾਈ ਕਰਦੇ ਹਾਂ ਕਿ ਹਰ ਪੌਦੇ ਦੀ ਔਰ ਧਿਆਨ ਦਈਏ, ਹਰ ਫੁੱਲ ਦੀ ਔਰ ਧਿਆਨ ਦਈਏ, ਅਤੇ ਸਾਡੇ ਨਾਲ ਅੰਨੇ ਲੋਕ ਸਪੋਰਟ ਸਾਨੂੰ ਕਰ ਰਹੇ ਹੈ, ਅਤੇ ਮੈਨੂੰ ਲੱਗਦਾ ਹੈ ਸਾਡੀ ਹਿੰਮਤ ਵੀ ਵੱਧਦੀ ਹੈ ਅਤੇ ਸਾਡੀ ਐਨਰਜੀ ਵੀ ਵੱਧਦੀ ਹੈ, ਅਤੇ ਅਸੀਂ ਵਧੀਆ ਕੰਮ ਕਰ ਵੀ ਪਾ ਰਹੇ ਹਾਂ। ਤਾਂ ਸਰ ਜਿਵੇਂ ਆਪਾਂ ਇਹ ਪਹਿਲ ਕਦਮੀ ਕੀਤੀ ਹੈ, ਹੋਰ ਬਹੁਤ ਸਾਰੇ ਸਕੂਲ ਨੇ, ਉਹਨਾਂ ਲਈ ਕੀ ਕਹਿਣਾ ਚਾਹੋਗੇ ਵੀ ਜਿਵੇਂ ਆਪਾਂ ਪਹਿਲ ਕਦਮੀ ਕੀਤੀ ਹੈ, ਉਹ ਆਪਣਾ ਕਿਸ ਤਰ੍ਹਾਂ ਸਹਿਯੋਗ ਦੇ ਸਕਦੇ ਨੇ? ਉਹ ਇਸ ਹੁਣ ਆਪਾਂ ਇਹ ਮਹਾਕੁੰਭ ਹੀ ਕਹਾਂਗੇ, ਮਹਾਯੱਗ ਹੀ ਕਹਾਂਗੇ, ਇਸ 'ਚ ਵੀ ਆਪਣੀ ਜਿਹੜੀ ਆਹੂਤੀ ਆ ਉਹ ਵੀ ਪਾ ਸਕਦੇ ਨੇ। ਮੈਂ ਕਹਿੰਦਾ ਸਰ ਸਾਰੇ ਆ ਇਕੱਠੇ ਕਰਨ, ਜਿੰਨਾ ਆਪਾਂ ਜ਼ਿਆਦਾ ਸਮਾਜ ਲਈ ਕਰਾਂਗੇ ਉਨਾ ਘੱਟ ਹੈ। ਅਤੇ ਕਈ ਵਾਰ ਹੁੰਦਾ ਕਿ ਇੱਕ ਲੀਡਰ ਦੀ ਲੋੜ ਹੁੰਦੀ ਹੈ, ਸ਼ੁਰੂਆਤ ਦੀ ਲੋੜ ਹੁੰਦੀ ਹੈ, ਉਹਦੇ ਨਾਲ ਕਾਫਿਲਾ ਤਾਂ ਆਪਣੇ ਆਪ ਜੁੜਦਾ ਰਹਿੰਦਾ ਹੈ। ਤਾਂ ਆਹੀ ਅਸੀਂ ਕੀਤਾ ਹੈ, YS ਨੇ ਇੱਕ ਸ਼ੁਰੂਆਤ ਕੀਤੀ ਹੈ, ਅਤੇ ਕਾਫਿਲਾ ਜਿਹੜੇ ਵੀ ਜੁੜਨ ਇਹ ਕਾਫਿਲਾ 'ਚ ਉਹਨਾਂ ਸਾਰਿਆਂ ਦਾ ਸਵਾਗਤ ਹੈ। ਅਤੇ ਮੈਂ ਤਾਂ ਚਾਹੂੰਗਾ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਜੁੜਨ, ਚਾਹੇ ਉਹ ਐਜੂਕੇਸ਼ਨਿਸਟ ਹੈ, ਚਾਹੇ ਸਮਾਜ ਦੇ ਕਿਸੇ ਵੀ ਵਰਗ ਤੋਂ ਬਿਲੋਂਗ ਕਰਦੇ ਹੈ। ਜੇ ਆਪਾਂ ਕੰਟਰੀਬਿਊਟ ਕਰ ਸਕਦੇ ਹਾਂ ਤਾਂ ਆਪਾਂ ਕੰਟਰੀਬਿਊਟ ਖੁੱਲ੍ਹੇ ਦਿਲ ਨਾਲ ਕਰੀਏ। ਤਾਂ ਸਰ ਅਖੀਰ 'ਤੇ ਹੁਣ ਇਸ ਤਰ੍ਹਾਂ ਦੇ ਇਸ ਵੀਡੀਓ ਨੂੰ ਦੇਖਣ ਤੋਂ ਬਹੁਤ ਸਾਰੇ ਦਰਸ਼ਕ ਨੇ, ਬੱਚੇ ਨੇ, ਉਹਨਾਂ ਦੇ ਮਾਪਿਓ ਨੇ, ਜਿਨ੍ਹਾਂ ਦੇ ਮਨ 'ਚ ਸਵਾਲ ਹੋਏਗਾ ਵੀ ਅਸੀਂ ਹੰਡਿਆਇਆ 'ਚ ਕਿਸ ਲੋਕੇਸ਼ਨ 'ਤੇ ਅਤੇ ਖੁੱਡੀ ਖੁਰਦ 'ਚ ਕਿਸ ਲੋਕੇਸ਼ਨ 'ਤੇ ਕਿਸ ਟਾਈਮਿੰਗ ਦੇ ਉੱਤੇ ਬੱਚੇ ਨੂੰ ਪੜ੍ਹਾ ਸਕਦੇ ਅਤੇ ਇਸ ਚੀਜ਼ ਦਾ ਬੈਨੀਫਿਟ ਲੈ ਸਕਦੇ ਹਾਂ। ਸਰ ਹੰਡਿਆਇਆ 'ਤੇ ਸ਼ਾਂਤੀ ਹਾਲ ਹੈ, ਉੱਥੇ ਅਸੀਂ 5 ਵਜੇ ਕਲਾਸਿਸ ਸ਼ੁਰੂ ਕਰਦੇ ਹਾਂ, 5 ਤੋਂ 6:30। ਬਾਕੀ ਟਾਈਮਿੰਗ ਚੇਂਜ ਹੁੰਦੇ ਰਹਿਣਗੇ ਜਿਵੇਂ ਜਿਵੇਂ ਮੌਸਮ ਸਰਦੀਆਂ ਆਉਣਗੀਆਂ। ਅਸੀਂ ਖੁੱਡੀ ਖੁਰਦ 'ਚ ਵੀ ਸਾਨੂੰ ਉੱਥੇ ਜਗ੍ਹਾ ਮਿਲੀ ਹੈ, ਪਹਿਲਾਂ ਅਸੀਂ ਲਾਇਬ੍ਰੇਰੀ 'ਚ ਕਰ ਰਹੇ ਸੀ, ਬਟ ਉੱਥੇ ਕਿਸੇ ਵਜ੍ਹਾ ਨਾਲ ਹੁਣ ਅਸੀਂ ਉੱਥੇ ਸ਼ਿਫਟ ਕਰਤਾ। ਤਾਂ ਉੱਥੇ ਜਾ ਕੇ ਸਰਪੰਚ ਨਾਲ ਗੱਲ ਕਰਨ, ਕਿਸੇ ਮਰਜ਼ੀ ਨਾਲ ਕਰ ਲੈਣ, ਅਤੇ ਫ੍ਰੀ ਕਲਾਸਿਸ ਜਿਹੜੀਆਂ ਨੇ ਉਹ ਜੁਆਇਨ ਕਰ ਸਕਦੇ ਨੇ। ਤਾਂ ਦੋਸਤੋ ਕਹਿੰਦੇ ਹੁੰਦੇ ਚੰਗੇ ਕੰਮ ਦੀ ਪਹਿਲ ਕਦਮੀ ਹੀ ਔਖੀ ਹੁੰਦੀ ਹੈ, ਅਤੇ ਇਹਨਾਂ ਨੇ ਉਸ ਪਹਿਲ ਕਦਮੀ ਨੂੰ ਤਾਂ ਜਿਹੜਾ ਹੈਗਾ ਕਦਮ ਵਧਾ ਲਿਆ, ਅਤੇ ਹੁਣ ਇਸ ਪਹਿਲ ਕਦਮੀ ਨੂੰ ਅੱਗੇ ਲੈ ਕੇ ਜਾਣਾ, ਇਸ ਨੂੰ ਹੋਰ ਲੋਕਾਂ ਤੱਕ ਵੱਧ ਤੋਂ ਵੱਧ ਪਹੁੰਚਾਉਣਾ ਇਹ ਫਰਜ਼ ਤੁਹਾਡਾ ਹੈ, ਕਿਉਂਕਿ ਚੰਗੀ ਪਹਿਲ ਕਦਮੀ ਵਾਲਾ ਸਿਰਫ ਇੱਕ ਕਦਮ ਪੁੱਟ ਸਕਦਾ, ਅਤੇ ਉਹਨਾਂ ਕਦਮਾਂ ਨੂੰ ਅੱਗੇ ਤੱਕ ਵਧਾਉਣਾ ਇਹ ਤੁਹਾਡੇ ਸਿਰ ਦੇ ਉੱਤੇ ਹੈ। ਕਿਉਂਕਿ ਚੰਗਾ ਕੰਮ ਕਰਨਾ ਹੀ ਆਪਦੇ ਆਪ ਦੇ ਵਿੱਚ ਵੱਡਾ ਔਖਾ ਹੁੰਦਾ ਹੈ, ਅਤੇ ਬੁਰਾਈ ਤਾਂ ਕਹਿੰਦੇ ਹਰ ਕੋਈ ਲੱਭ ਵੀ ਲੈਂਦਾ ਅਤੇ ਕਰ ਵੀ ਲੈਂਦਾ, ਅਤੇ ਕਰਨਾ ਸਿਰਫ ਇੱਕ ਚੰਗਾ ਕੰਮ ਹੀ ਔਖਾ ਹੁੰਦਾ ਹੈ। ਅਤੇ ਅਸੀਂ ਪਹਿਲਾਂ ਤਾਂ BBA ਨੈਟਵਰਕ ਪੰਜਾਬ ਵੱਲੋਂ ਅਸੀਂ ਧੰਨਵਾਦ ਕਰਦੇ ਹਾਂ YS ਗਰੁੱਪ ਦਾ, ਜਿਨ੍ਹਾਂ ਨੇ ਪਹਿਲ ਕਦਮੀ ਕੀਤੀ, ਕਿਉਂਕਿ BBA ਨੈਟਵਰਕ ਪੰਜਾਬ ਵੀ ਇੱਕ ਪਹਿਲ ਕਦਮੀ ਲੈ ਕੇ ਚੱਲ ਰਿਹਾ ਕਿ ਅਸੀਂ ਕੁਝ ਚੰਗਾ ਦਿਖਾ ਸਕੀਏ, ਕੁਝ ਮੋਟੀਵੇਸ਼ਨਲ, ਇੰਸਪਾਇਰੇਸ਼ਨ, ਹਿਸਟੋਰੀਕਲ ਜਾਂ ਕੋਈ ਜਿਹੜੀ ਸਫਲਤਾ ਦੀ ਕਹਾਣੀ ਹੈ, ਜਾਂ ਕੁਝ ਇਸ ਤਰ੍ਹਾਂ ਦੇ ਲੋਕ ਨੇ ਜੋ ਆਰਗੈਨਿਕਲੀ ਕੁਝ ਐਕਸਟਰਾ ਆਰਡੀਨਰੀ ਕਰ ਰਹੇ ਨੇ, ਉਹਨੂੰ ਇਸ ਵੀਡੀਓ ਦੇ ਰਾਹੀਂ ਦਿਖਾ ਸਕੀਏ, ਤਾਂ ਕਿ ਸਾਡਾ ਜਿਹੜਾ ਹੈਗਾ ਚੈਨਲ ਜਦੋਂ ਕੋਈ ਖੋਲ੍ਹੇ, ਬੱਚਾ ਖੋਲ੍ਹੇ, ਤਾਂ ਉਸ ਲਈ ਕੁਝ ਸਿੱਖਣ ਨੂੰ ਮਿਲੇ। ਜੇ ਕੋਈ ਡੀਮੋਟੀਵੇਟ ਆ ਮੋਟੀਵੇਟ ਹੋ ਸਕੇ, ਜੇ ਕੋਈ ਇੰਸਪਾਇਰ ਨਹੀਂ ਹੈਗਾ ਤਾਂ ਸਾਡੀ ਇਸ ਵੀਡੀਓ ਨੂੰ ਦੇਖ ਕੇ ਉਹ ਇੰਸਪਾਇਰ ਹੋ ਸਕੇ। ਤਾਂ ਇਹਨਾਂ ਹੀ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਆਪਣਾ ਸੋਨੂ ਉੱਪਲ ਤੁਹਾਡੇ ਤੋਂ ਲੈਣਾ ਹੈ ਇਜਾਜ਼ਤ, ਤੇ ਮੁੜ ਤੋਂ ਅਸੀਂ ਧੰਨਵਾਦ ਕਰਦੇ ਹਾਂ YS ਗਰੁੱਪ ਦਾ, ਜਿਨ੍ਹਾਂ ਵੱਲੋਂ ਪਹਿਲ ਕਦਮੀ ਕੀਤੀ ਗਈ ਹੈ। ਬਹੁਤ ਬਹੁਤ ਧੰਨਵਾਦ।